वेलकम सत श्री अकाल जी। मैं हाँ हरजोत कौर ते तुहाडा सारिਆਂ ਦਾ ਸਵਾਗਤ है जी तुहाडे अपने खास इमीग्रेशन शो उडारी विदेशों ਦੇ ਵਿੱਚ। ਤੇ ਜਿਵੇਂ ਕਿ ਸਾਡੇ ਕੋਲ ਬਹੁਤ ਸਾਰੇ ਸਵਾਲ ਲਗਾਤਾਰ ਸਟੂਡੈਂਟਸ ਆ ਰਹੇ ਨੇ ਕੈਨੇਡਾ ਅਪਡੇਟਸ ਨੂੰ ਲੈ ਕੇ, ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਚਾਹੇ ਕਿ ਉਹਨਾਂ ਦੇ ਸਭ ਦੇ 6 ਈਚ ਬੈਂਡ ਨੇ, ਚਾਹੇ ਇੱਕ ਦੇ ਵਿੱਚ 5.5 ਕਿਤੇ ਰਹਿ ਗਏ ਨੇ, ਕਿਸ ਨੂੰ ਕੀ ਡਿਸੀਜਨ ਲੈਣਾ ਚਾਹੀਦਾ। ਅੱਜ ਉਸ ਦੇ ਉੱਪਰ ਚਰਚਾ ਜ਼ਰੂਰ ਕਰਾਂਗੇ, ਆਸਟ੍ਰੇਲੀਆ ਬਾਰੇ ਵੀ ਗੱਲ ਜ਼ਰੂਰ ਕਰਾਂਗੇ। ਤੇ ਅੱਜ ਦੀ ਗੱਲਬਾਤ ਦੇ ਲਈ, ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ ਤੋਂ ਵੀਜ਼ਾ ਐਕਸਪਰਟ ਮਿਸਟਰ ਗੁਰਤੇਜ ਸੰਧੂ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜਿਵੇਂ ਕਿ ਮੈਂ ਕੈਨੇਡਾ ਦੀ ਹੀ ਗੱਲ ਤੋਂ ਸ਼ੁਰੂਆਤ ਕਰਨਾ ਚਾਹੂੰਗੀ ਕਿ ਬਹੁਤ ਟਾਈਮ ਆਪਾਂ ਵੇਖ ਲਿਆ ਕਿ ਪਹਿਲਾਂ ਬਹੁਤ ਸਾਰੀ ਜ਼ਿਆਦਾ ਫਾਈਲਸ ਲੱਗੀਆਂ ਸੀ, ਪੈਂਡਿੰਗ ਵੀ ਚੱਲਿਆ, ਰਿਫਿਊਜ਼ਲਸ ਵੀ ਆਏ, ਪਰ ਹੁਣ ਆਪਾਂ ਗੱਲ ਕਰੀਏ ਤਾਂ ਜਿਹੜੇ ਸਟੂਡੈਂਟਸ ਹੁਣ ਆਪਣੀ ਫਾਈਲ ਲਗਾਉਣਾ ਚਾਹ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰ ਰਹੇ ਹੋ, ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ? ਬਿਲਕੁਲ ਜੀ। ਦੇਖੋ, ਅਸੀਂ ਪਿਛਲੇ ਕਾਫੀ ਸ਼ੋਜ਼ ਦੇ ਵਿੱਚ ਇਹ ਗੱਲ ਕੀਤੀ ਕਿ ਰੈਗੂਲਰ ਜਿਹੜੀਆਂ ਨੇ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੀਆਂ ਸੀ। ਜਨਵਰੀ ਇਨਟੇਕ ਜਿਹੜਾ ਬਹੁਤ ਬੁਰਾ ਇਨਟੇਕ ਗਿਆ ਸਭ ਦਾ, ਔਰ 70% ਦੇ ਕਰੀਬ ਰਿਫਿਊਜ਼ਲ ਰਿਹਾ। ਅੱਛੇ ਬੈਂਡ ਵਾਲਿਆਂ ਦੀ ਰਿਫਿਊਜ਼ਲ ਆਈ, 7 ਬੈਂਡ ਵਾਲੇ ਦੀ ਰਿਫਿਊਜ਼ਲ ਆਈ। ਇਸ ਤੋਂ ਇਲਾਵਾ ਕੀ ਹੈ ਕਿ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਅਸੀਂ ਸਾਡਾ ਕੋਈ 100% ਰੇਸ਼ੋ ਰਹੀ, ਨਹੀਂ, ਮੈਕਸੀਮਮ ਜਿਹੜੀਆਂ ਸੀ ਉਹ ਰਿਫਿਊਜ਼ਲ ਉਸ ਟਾਈਮ ਰਹੀਆਂ, ਬਿਕੋਜ਼ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਫਾਈਲਸ ਹੋਣ ਦੇ ਕਰਕੇ ਉਹਨਾਂ ਦੀ ਇੱਕ ਲਿਮਿਟੇਸ਼ਨ ਸੀ ਕਿ ਇੰਨੇ ਬੱਚੇ ਜਿਹੜੇ ਨੇ ਜਾ ਸਕਦੇ ਨੇ। ਪਰ ਅੱਜ ਦੀ ਗੱਲ ਜਿਹੜੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਟ੍ਰੈਂਡ ਬਿਲਕੁਲ ਚੇਂਜ ਹੋ ਚੁੱਕਾ ਹੈ। ਜਿਹੜੇ ਵੀਜ਼ਾ ਸਾਡੇ ਹੁਣ ਮਈ ਇਨਟੇਕ ਲਈ ਲੱਗੇ ਸੀ ਜਾਂ ਮਾਰਚ ਲਈ ਲੱਗੇ ਸੀ, ਉਹਨਾਂ ਦੇ ਰਿਜ਼ਲਟ ਬਹੁਤ ਹੀ ਅੱਛੇ ਨੇ। ਇਹਨਾਂ ਰੀਜ਼ਨ ਇਹ ਵੀ ਹੈਗਾ ਹੈ ਕਿ ਜਿਹੜਾ ਹੁਣ ਆਸਟ੍ਰੇਲੀਆ ਓਪਨ ਹੋ ਗਿਆ ਹੈ, ਔਰ ਇਸ ਤੋਂ ਇਲਾਵਾ ਨਿਊਜ਼ੀਲੈਂਡ ਵੀ ਬਹੁਤ ਜਲਦੀ ਓਪਨ ਕਰਨ ਦੀ ਸੋਚ ਰਿਹਾ ਹੈ, ਔਰ ਕੈਨੇਡਾ ਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਆਸਟ੍ਰੇਲੀਆ ਜਿਹੜਾ ਹੈ ਉਹ 70% ਸਟੂਡੈਂਟ ਜਿਹੜਾ ਉਹ ਆਪਣੀ ਤਰਫ ਖਿੱਚ ਰਿਹਾ ਹੈ। ਤੇ ਕੈਨੇਡਾ ਨੂੰ ਹੁਣ ਇਸ ਚੀਜ਼ ਤੇ ਡਿਸੀਜਨ ਲੈਣਾ ਹੀ ਪੈਣਾ ਸੀ ਕਿ ਜਲਦੀ ਤੋਂ ਜਲਦੀ ਜਿਹੜੇ ਵੀਜ਼ਾ ਓਪਨ ਕੀਤੇ ਜਾਣ, ਜਿਹੜੀਆਂ ਰਿਫਿਊਜ਼ਲਸ ਨੇ ਉਹਨਾਂ ਨੂੰ ਘੱਟ ਕੀਤਾ ਜਾਵੇ, ਕਿਉਂਕਿ ਇੰਨੀਆਂ ਜ਼ਿਆਦਾ ਰਿਫਿਊਜ਼ਲ ਦੇ ਕਰਕੇ ਬੱਚਿਆਂ ਦਾ ਵੀ ਇੰਟਰਸਟ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਸੀ, ਕਿਉਂਕਿ ਅੱਛਾ ਬੱਚਾ ਜਿਹੜਾ ਉਹ ਨਹੀਂ ਚਾਹੁੰਦਾ ਕਿ ਉਹਦੀ ਇੱਕ ਵੀ ਰਿਫਿਊਜ਼ਲ ਆਵੇ। ਇਸ ਕਰਕੇ ਹੁਣ ਜਿਹੜਾ ਹੈ ਰੁਝਾਨ ਚੇਂਜ ਹੋ ਰਿਹਾ ਹੈ, ਰੈਗੂਲਰ ਚੇਂਜ ਹੋ ਰਿਹਾ ਹੈ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਕੱਲ ਹੀ ਸਾਡੇ ਜਿਹੜੇ ਨੇ 2 ਵੀਜ਼ਾ ਆਏ ਨੇ, ਦੋਨੋਂ ਕੈਨੇਡਾ ਦੇ ਵੀਜ਼ਾ ਆਏ ਨੇ। ਇਹ ਦੋਨੋਂ ਬੱਚੇ ਉਹ ਨੇ ਜਿਨ੍ਹਾਂ ਦੇ ਜਨਵਰੀ 'ਚ ਰਿਫਿਊਜ਼ਲ ਸੀ। ਇੱਕ ਬੱਚੇ ਦਾ ਪੀਟੀ ਦੇ ਵਿੱਚੋਂ 54 ਸਕੋਰ ਸੀ ਔਰ ਉਹਨੂੰ ਜਨਵਰੀ ਦੇ ਵਿੱਚ ਰਿਫਿਊਜ਼ਲ ਦੇ ਦਿੱਤੀ ਗਈ ਸੀ। ਇਸ ਕਰਕੇ ਉਹਦੇ 'ਚ ਲੈਂਗੁਏਜ ਦੀ ਉਹਨਾਂ ਨੇ ਲੈਂਗੁਏਜ ਐਬਿਲਿਟੀ ਤੇ ਕੁਐਸਚਨ ਕੀਤਾ ਸੀ, ਔਰ ਸੈਕੰਡਲੀ ਉਹਦੀ ਜਿਹੜੀ ਹੈ ਫਾਈਨੈਂਸ਼ੀਅਲ ਐਬਿਲਿਟੀ ਤੇ ਉਹਨੂੰ ਕੁਐਸਚਨ ਕੀਤਾ ਗਿਆ ਸੀ। ਅਸੀਂ ਦੋਨੋਂ ਹੀ ਉਹਨਾਂ ਦੇ ਆਬਜੈਕਸ਼ਨ ਦੂਰ ਕਰਕੇ ਉਹਨਾਂ ਫਾਈਲ ਨੂੰ ਦੁਬਾਰਾ ਲਗਾਇਆ, ਔਰ ਕੱਲ ਉਹ ਬੱਚਾ ਜਿਹੜਾ ਹੈ ਹਰਿਆਣਾ ਦਾ ਹੈ, ਗੁਰਪਿਆਰ ਸਿੰਘ ਉਹਦਾ ਨਾਮ ਹੈ, ਔਰ ਉਸ ਬੱਚੇ ਦਾ ਕੱਲ ਜਿਹੜਾ ਹੈ ਦੁਬਾਰਾ ਵੀਜ਼ਾ ਆਇਆ ਹੈ, ਔਰ ਵਿਦਨ 15 ਡੇਜ਼ ਵੀਜ਼ਾ ਆਇਆ। ਮੈਂ ਦੁਬਾਰਾ ਫਾਈਲ ਲਗਾਈ ਪਿੱਛੇ ਅਸੀਂ ਕੋਈ 15 ਦਿਨ ਪਹਿਲਾਂ ਹੀ, ਔਰ ਕੱਲ ਉਹਦਾ ਡਿਸੀਜਨ ਆ ਗਿਆ ਔਰ ਉਹਨੂੰ ਬੱਚੇ ਨੂੰ ਵੀਜ਼ਾ ਮਿਲਿਆ। ਇੱਕ ਜਿਹੜੀ ਦੂਜਾ ਬੱਚਾ ਹੈ ਉਹ ਵੀ ਮੇਰਾ ਜਿਹੜਾ ਪਹਿਲਾਂ ਰਿਫਿਊਜ਼ ਸੀ, ਉਹ ਵੀ ਟੋਰਾਂਟੋ 'ਚ ਇੱਕ ਕਾਲਜ ਤੋਂ ਪਹਿਲਾਂ ਰਿਫਿਊਜ਼ ਹੈਗਾ ਸੀ, ਔਰ ਉਹ ਵੀ ਬੱਚੇ ਦਾ ਜਿਹੜਾ ਸਕੋਰ ਸੀ ਇੱਕ 'ਚੋਂ 5.5 ਸੀ, ਓਵਰਆਲ 6 ਸੀ, ਬਟ ਉਹਨੂੰ ਰਿਫਿਊਜ਼ਲ ਦੇ ਦਿੱਤੀ ਗਈ ਸੀ ਉਸ ਦੌਰਾਨ, ਔਰ ਸੇਮ ਉਹਦੇ 'ਚ ਵੀ ਜਿਹੜੀ ਆਬਜੈਕਸ਼ਨ ਲਗਾਈ ਗਈ ਸੀ। ਉਹ ਬੱਚੇ ਨੂੰ ਹੁਣ ਅਸੀਂ ਉਹਦਾ ਡਿਸੀਜਨ ਜਿਹੜਾ ਹੈ ਕੋਈ 28-29 ਦਿਨ 'ਚ ਆਇਆ ਹੈ, ਔਰ ਉਹ ਬੱਚੇ ਦਾ ਜਿਹੜਾ ਹੈ ਵੀਜ਼ਾ ਹੁਣ ਸਾਡੇ ਕੋਲ ਆ ਚੁੱਕਾ ਹੈ। ਉਹਦਾ ਵੀ ਇਹ ਲੜਕੀ ਹੈ ਜਿੰਦਾ ਵੀਜ਼ਾ ਆਇਆ ਹੈ, ਮੈਂ ਨਾਮ ਭੁੱਲ ਗਿਆ, ਬਟ ਇਹ ਹੈ ਕਿ ਉਸ ਬੱਚੇ ਦਾ ਵੀਜ਼ਾ ਜਿਹੜਾ ਹੈ ਉਹ ਹੁਣ ਸਾਡੇ ਕੋਲ ਆ ਚੁੱਕਾ ਹੈ, ਔਰ ਦੋਨੋਂ ਵੀਜ਼ਾ ਜਿਹੜੇ ਨੇ ਕੱਲ ਆਏ ਨੇ, ਔਰ ਹੋਰ ਵੀ ਵੀਜ਼ਾ ਜਿਹੜੇ ਨੇ ਫਟਾਫਟ ਆ ਰਹੇ ਨੇ। ਪਿਛਲੇ 4-5 ਦਿਨ 'ਚ ਕੋਈ 8-9 ਵੀਜ਼ਾ ਅਸੀਂ ਲੈ ਚੁੱਕੇ ਹਾਂ, ਔਰ ਇਹਨਾਂ ਵਿੱਚੋਂ ਰਿਫਿਊਜ਼ਲ ਕੇਸ ਜਿਹੜੇ ਪੁਰਾਣੇ ਸੀ ਉਹਨਾਂ ਦੇ ਵੀਜ਼ਾ ਬਹੁਤ ਜ਼ਿਆਦਾ ਨੇ। 4-5 ਵੀਜ਼ਾ ਇੱਦਾਂ ਦੇ ਨੇ ਜਿਹੜੇ ਪੁਰਾਣੇ ਕੇਸ ਰਿਫਿਊਜ਼ਲ ਸੀ। ਤਾਂ ਇਸ ਕਰਕੇ ਜਿਹੜੇ ਬੱਚੇ ਜਿਨ੍ਹਾਂ ਦੇ ਪਹਿਲਾਂ ਰਿਫਿਊਜ਼ਲ ਆਈ ਸੀ ਸਤੰਬਰ ਵਿੱਚ, ਤੁਹਾਨੂੰ ਪਤਾ ਹੈ ਕਿ 60-70% ਰਿਫਿਊਜ਼ਲ ਆਈ ਸੀ, ਔਰ ਉਹਦੇ 'ਚ ਅਸੀਂ ਕਾਫੀਆਂ ਨੇ ਏਜੰਟ ਨੂੰ ਵੀ ਦੋਸ਼ ਦਿੱਤਾ ਕਿ ਨਹੀਂ ਜੀ ਏਜੰਟ ਦੀ ਵਜ੍ਹਾ ਕਰਕੇ ਰਿਫਿਊਜ਼ਲ ਆਈ ਹੈ, ਬਟ ਇੱਦਾਂ ਦੇ ਕੋਈ ਗੱਲ ਨਹੀਂ ਸੀ, ਕਿਉਂਕਿ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਸ ਟਾਈਮ ਸਾਡੇ ਫੇਵਰ 'ਚ ਨਹੀਂ ਸੀ, ਕਿਉਂਕਿ ਬਹੁਤ ਜ਼ਿਆਦਾ ਫਾਈਲਸ ਹੋਣ ਕਰਕੇ ਕੋਵਿਡ ਦੀ ਪੋਜੀਸ਼ਨ ਇੰਨੀ ਜ਼ਿਆਦਾ ਸੀ, ਕੋਵਿਡ ਦੇ ਕਰਕੇ ਵੀ ਫਾਈਲਸ ਬਹੁਤ ਰਿਜੈਕਟ ਹੋਈਆਂ। ਤਾਂ ਹੁਣ ਦੇਖੋ ਹਰ ਇੱਕ ਚੀਜ਼ ਜਿਹੜੀ ਹੈ ਸਮੂਥਲੀ ਚੱਲਣੀ ਸ਼ੁਰੂ ਹੋ ਗਈ ਹੈ। ਬਹੁਤ ਸਾਰੀ ਕੰਟਰੀਜ਼ ਨੇ ਕੋਵਿਡ ਦੇ ਰੂਲ ਬਿਲਕੁਲ ਚੇਂਜ ਕਰ ਦਿੱਤੇ ਨੇ, ਉਹਨਾਂ ਨੇ ਈਵਨ ਕਿ ਮਾਸਕ ਵੀ ਹਟਾ ਦਿੱਤੇ ਨੇ ਕਿ ਤੁਸੀਂ ਆਰਾਮ ਨਾਲ ਆਪਣਾ ਘੁੰਮ ਫਿਰ ਸਕਦੇ ਹੋ। ਉਹਨਾਂ ਨੇ ਇਹਨੂੰ ਇੱਕ ਜਿਹੜਾ ਹੈ ਨੋਰਮਲ ਬਿਮਾਰੀ ਜਿਹੜਾ ਡਿਕਲੇਅਰ ਕਰ ਦਿੱਤਾ ਕਿ ਨੋਰਮਲ ਇਨਫੈਕਸ਼ਨ ਹੈਗੀ ਆ, ਤੁਸੀਂ ਇਹਨੂੰ ਐਜ਼ ਇੱਕ ਨੋਰਮਲ ਜਿਹੜਾ ਜਿਵੇਂ ਖਾਂਸੀ ਜ਼ੁਕਾਮ ਕਹਿੰਦੇ ਉਹਨੂੰ ਟਰੀਟ, ਜਿਵੇਂ ਯੂਕੇ ਨੇ ਅਨਾਊਂਸ ਕਰ ਦਿੱਤਾ ਹੈ, ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਵੀ ਅਨਾਊਂਸ ਕਰ ਦਿੱਤਾ ਹੈ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ। ਪਰ ਇਹਦਾ ਪੂਰਾ ਜਿਹੜਾ ਬੈਨੀਫਿਟ ਹੈਗਾ ਹੈ ਉਹ ਸਾਨੂੰ ਜਿਹੜਾ ਹੈ ਵੀਜ਼ਾ ਦੇ ਵਿੱਚ ਮਿਲਣ ਵਾਲਾ ਹੈ, ਕਿਉਂਕਿ ਜਿਹੜੀ ਕੈਨੇਡਾ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਬੱਚੇ ਹੁਣ ਜ਼ਿਆਦਾਤਰ ਦੂਸਰੀ ਕੰਟਰੀਜ਼ ਵੱਲ ਮੂਵ ਹੋ ਜਾਣਗੇ ਤਾਂ ਉਹਨਾਂ ਦੀ ਇੱਕ ਜਿਹੜੀ ਆਰਥਿਕ ਜਿਹੜੀ ਜੀ ਮੈਂ ਕਹਾਂਗਾ ਕਿ ਇਕਨੋਮਿਕ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਫਿਰ ਖਤਰੇ 'ਚ ਆ ਸਕਦੀ ਹੈ, ਜਾਂ ਫਿਰ ਜਿਹੜਾ ਹੈ ਉੱਥੇ ਉਹਨਾਂ ਨੂੰ ਪੈਸਾ ਇੰਟਰਨੈਸ਼ਨਲ ਸਟੂਡੈਂਟਸ ਤੋਂ ਜੋ ਪੈਸਾ ਉਹ ਕਮਾਉਂਦੇ ਨੇ ਉਹ ਫਿਰ ਘੱਟ ਹੋ ਜਾਏਗਾ, ਕਿਉਂਕਿ ਸਟੂਡੈਂਟ ਜਿਹੜਾ ਰੁਝਾਨ ਆ ਉਹ ਦੂਜੀ ਕੰਟਰੀ ਵੱਲ ਸ਼ਿਫਟ ਹੋ ਜਾਏਗਾ।
ਤਾਂ ਹੁਣ ਇਹ ਬਹੁਤ ਹੀ ਵਧੀਆ ਮੌਕਾ ਜੋ ਅਗਰ ਤੁਸੀਂ ਅਪਲਾਈ ਕਰਨਾ ਹੈ ਕੈਨੇਡਾ ਤਾਂ ਕੈਨੇਡਾ 'ਚ ਤੁਹਾਨੂੰ ਇਸ ਟਾਈਮ ਅਪਲਾਈ ਕਰਨਾ ਚਾਹੀਦਾ ਹੈ। ਬੇਸ਼ੱਕ ਤੁਸੀਂ 2 ਵਾਰ ਰਿਫਿਊਜ਼ਲ ਹੋ, ਤੁਹਾਡੀ 3 ਵਾਰ ਰਿਫਿਊਜ਼ਲ ਹੈ, 1 ਵਾਰ ਰਿਫਿਊਜ਼ਲ ਹੈ, ਅਗਰ ਤੁਸੀਂ ਸਾਨੂੰ ਲੱਗਦਾ ਹੈ ਕਿ ਤੁਹਾਡੀ ਫਾਈਲ ਜਿਹੜੀ ਲੱਗਣ ਵਾਲੀ ਹੈ, ਸਾਨੂੰ ਲੱਗਦਾ ਹੈ ਕਿ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਵੀਜ਼ਾ ਲੈ ਸਕਦੇ ਹਾਂ, ਤਾਂ ਉਹ ਜਿਹੜਾ ਵੀਜ਼ਾ ਤੁਹਾਡਾ ਜ਼ਰੂਰ ਆਏਗਾ। ਜੀ 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 ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਦਰਸ਼ਕ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝ ਰਹੇ ਨੇ, ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਜਨਵਰੀ ਇਨਟੇਕ ਤੱਕ ਜ਼ਰੂਰ ਇਹ ਮਾਹੌਲ ਬਣਿਆ ਹੋਇਆ ਸੀ ਕਿ ਸਾਰੇ ਡਰ ਰਹੇ ਸੀ ਕਿ ਜਿਸ ਤਰੀਕੇ ਨਾਲ ਰਿਫਿਊਜ਼ਲਸ ਆ ਰਹੀਆਂ ਸੀ, ਪਰ ਹੁਣੇ ਜਿਵੇਂ ਗੁਰਤੇਜ ਸੰਧੂ ਜੀ ਦੱਸ ਰਹੇ ਨੇ ਕਿ ਰਿਫਿਊਜ਼ਲ ਕੇਸਿਸ ਵੀ ਦੁਬਾਰਾ ਅਪਲਾਈ ਕੀਤੇ ਗਏ, ਉਹਨਾਂ ਦੇ ਸਕਸੈਸਫੁਲੀ ਜੋ ਹੈ ਵੀਜ਼ਾਸ ਆ ਚੁੱਕੇ ਨੇ ਕੈਨੇਡਾ ਦੇ। ਸੋ ਤੁਸੀਂ ਵੀ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦੇਰੀ ਨਾ ਬਿਲਕੁਲ ਵੀ ਕਰੋ, ਚਾਹੇ ਕਿ ਤੁਹਾਡੇ ਪਹਿਲਾਂ ਰਿਫਿਊਜ਼ਲ ਵੀ ਆ ਚੁੱਕੀ ਹੈ, ਫਿਰ ਵੀ ਤੁਸੀਂ ਜ਼ਰੂਰ ਕੈਨੇਡਾ ਦੇ ਲਈ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਵੀਜ਼ਾ ਦੇ ਸਕਸੈਸ ਰੇਟ ਵਧੀਆ ਹੁਣ ਚੱਲ ਰਿਹਾ ਹੈ, ਤੇ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਜੋ ਲਗਾਤਾਰ ਨੰਬਰ ਡਿਸਪਲੇ ਹੋ ਰਹੇ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰਕੇ ਤੁਸੀਂ ਈਜ਼ੀ ਵੇ ਕੰਸਲਟੈਂਸੀ ਦੀ ਟੀਮ ਤੋਂ ਜੋ ਹੈ ਵਧੀਆ ਗਾਈਡੈਂਸ, ਵਧੀਆ ਸਲਾਹ ਜ਼ਰੂਰ ਲੈ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਚੰਡੀਗੜ੍ਹ ਸੈਕਟਰ 17 ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟਸ ਲੈ ਕੇ ਨਾਲ ਪਹੁੰਚੋ। ਬਠਿੰਡਾ ਵਿੱਚ ਇਹਨਾਂ ਦਾ ਆਫਿਸ ਹੈ, ਨਾਲ ਦੀ ਨਾਲ ਕੁਰੂਕਸ਼ੇਤਰ ਅਤੇ ਗੁਰਦਾਸਪੁਰ ਵਿੱਚ ਵੀ ਇਹਨਾਂ ਦਾ ਆਫਿਸ ਹੈ। ਤੁਹਾਨੂੰ ਜਿੱਥੇ ਨੇੜੇ ਲੱਗਦਾ ਹੈ, ਈਜ਼ੀ ਲੱਗਦਾ, ਤੁਸੀਂ ਉੱਥੇ ਜ਼ਰੂਰ ਪਹੁੰਚੋ ਆਪਣੇ ਡਾਕੂਮੈਂਟਸ ਲੈ ਕੇ। ਜਿਵੇਂ ਕਿ ਤੁਸੀਂ ਹੁਣ ਗੱਲ ਕੀਤੀ ਹੈ, ਚਲੋ ਆਪਾਂ ਦੇਖ ਰਹੇ ਹਾਂ ਕਿ ਵੀ ਹੁਣ ਵੀਜ਼ਾ ਸਕਸੈਸ ਰੇਟ ਅੱਛਾ ਆ ਰਿਹਾ, ਤਾਂ ਆਪਾਂ ਪ੍ਰੋਫਾਈਲ ਵਾਈਜ਼ ਥੋੜੀ ਜੀ ਗੱਲ ਕਰ ਲਈਏ। ਓਵਰਆਲ 6 ਸੀਚ ਵਾਲੇ ਸਟੂਡੈਂਟਸ ਨੂੰ, ਜਾਂ ਫਿਰ ਜਿਹੜੇ ਆਪਾਂ ਕਹਿੰਦੇ ਕਿ ਇੱਕ ਮੋਡਿਊਲ 'ਚ 5.5 ਰਹਿ ਜਾਂਦੇ ਹਨਾ, ਉਹਨਾਂ ਲਈ ਇਸ ਸਮੇਂ ਡਿਸੀਜਨ ਲੈਣ ਵੇਲੇ ਉਹਨਾਂ ਨੂੰ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? ਦੇਖੋ ਇਹ ਬਹੁਤ ਜ਼ਰੂਰੀ ਹੈ ਕਿ ਇੱਕ 'ਚੋਂ ਜਿਹੜੇ 5.5 ਬੈਂਡ ਨੇ, ਅਸੀਂ ਪਹਿਲਾਂ ਬਿਲਕੁਲ ਇਗਨੋਰ ਕਰ ਰਹੇ ਸੀ ਜਦੋਂ ਅਸੀਂ ਜਨਵਰੀ ਇਨਟੇਕ ਦਾ ਹਾਲਾਤ ਦੇਖੇ ਕਿ ਮੈਕਸਿਮਮ ਰਿਫਿਊਜ਼ਲ ਨੇ ਇੱਕ 'ਚੋਂ 5.5 ਵਾਲੀਆਂ, ਬਟ ਹੁਣ ਜਿਹੜਾ ਹੈ ਸਿਚੁਏਸ਼ਨ ਚੇਂਜ ਹੋਣ ਕਰਕੇ ਇੱਕ 'ਚੋਂ 5.5 ਵਾਲੇ ਦਾ ਵੀਜ਼ਾ ਆਇਆ ਹੈ, ਔਰ ਰੈਗੂਲਰ ਜਿਹੜੇ ਨੇ ਵੀਜ਼ਾ ਹੁਣ ਪ੍ਰਾਈਵੇਟ ਕਾਲਜ ਦੇ ਵੀ ਆ ਰਹੇ ਨੇ, ਮੈਂ ਦੇਖਿਆ। ਤਾਂ ਇਸ ਕਰਕੇ ਇਹ ਚੰਗੇ ਹਾਲਾਤ ਨੇ। ਅਗਰ ਤੁਹਾਡੇ ਇੱਕ 'ਚੋਂ 5.5 ਬੈਂਡ ਨੇ ਪਰ ਤੁਹਾਡਾ ਸਕੋਰ ਅੱਛਾ, ਇਟ ਮੀਨਸ ਕਿ ਤੁਸੀਂ ਜਿਹੜਾ +2 'ਚ ਨੰਬਰ ਨੇ ਤੁਹਾਡੇ, ਅਗਰ +2 'ਚ ਵਿੱਚੋਂ 70% ਪਲੱਸ ਨੰਬਰ ਨੇ ਜਾਂ 80% ਪਲੱਸ ਨੰਬਰ ਨੇ, ਤਾਂ ਉਹਨਾਂ ਨੰਬਰਸ ਦੇ ਨਾਲ ਜਿਹੜਾ ਤੁਹਾਨੂੰ ਇੱਕ ਬੈਨੀਫਿਟ ਇਹ ਹੋ ਜਾਂਦਾ ਹੈ ਕਿ ਤੁਹਾਨੂੰ ਵੀਜ਼ਾ ਆਫਿਸਰ ਜਿਹੜੇ ਇੱਕ ਫੇਵਰ ਕਰਦਾ ਹੈ ਤੁਹਾਡੀ, ਕਿ ਠੀਕ ਕਹਿੰਦੇ ਇੱਕ 'ਚੋਂ 5.5 ਬੈਂਡ ਨੇ, ਬਟ ਸਭ ਤੋਂ ਵਧੀਆ ਜਿਹੜੀ ਗੱਲ ਇਹ ਹੈਗੀ ਹੈ ਕਿ ਇਹਦੇ ਨੰਬਰ ਬਹੁਤ ਅੱਛੇ ਨੇ। ਇਟ ਮੀਨਸ ਕਿ ਉਹ ਤੁਹਾਨੂੰ ਇਸ ਚੀਜ਼ ਤੋਂ ਜਿਹੜਾ ਇਗਨੋਰ ਕਰੇਗਾ ਇੱਕ 'ਚੋਂ 5.5 ਬੈਂਡ ਨੂੰ, ਔਰ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ। ਤਾਂ ਇਹ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਨੇ, ਜਾਂ ਤਾਂ ਤੁਹਾਡਾ ਅਕੈਡਮਿਕ ਬਹੁਤ ਅੱਛਾ ਹੋਵੇ ਜਾਂ ਤੁਹਾਡਾ ਆਇਲਸ ਬਹੁਤ ਅੱਛਾ ਹੋਵੇ। ਜੇ ਆਇਲਸ ਅੱਛਾ ਹੈ ਤਾਂ ਚਲੋ ਇੱਕ 'ਚੋਂ ਕੋਈ 50% ਵੀ ਹੈਗੇ ਨੇ ਜਾਂ 50 'ਚੋਂ ਇੱਕ 'ਚੋਂ ਘੱਟ ਵੀ ਹੈਗੇ ਨੇ ਤਾਂ ਵੀ ਵੀਜ਼ਾ ਆਉਂਦਾ। ਪਰ ਅਗਰ ਦੋਨੋਂ ਚੀਜ਼ਾਂ ਦੀ ਦਿੱਕਤ ਹੈਗੀ ਆ, ਫਿਰ ਮੈਂ ਸਲਾਹ ਦੇਵਾਂਗਾ ਕਿ ਉਹਨੂੰ ਇੱਕ ਨੂੰ ਇੰਪਰੂਵ ਕੀਤਾ ਜਾਵੇ, ਘੱਟੋ ਘੱਟ ਆਇਲਸ ਨੂੰ ਦੁਬਾਰਾ ਕਰ ਲਿਆ ਜਾਵੇ, ਤਾਂ ਕਿ ਜਿਹੜਾ ਤੁਹਾਡੀ ਦੁਬਾਰਾ ਰਿਫਿਊਜ਼ਲ ਨਾ ਆਵੇ। ਬਟ ਇਸ ਡਿਊਰੇਸ਼ਨ ਦੇ ਵਿੱਚ ਜਿਹੜਾ ਹੈ ਫਾਈਲਸ ਦੀ ਗਿਣਤੀ 50% ਵੀ ਘਟ ਗਈ ਆ। ਮੈਂ ਕਹਾਂਗਾ ਕਿ 50% ਲੋਕ ਜਿਹੜੇ ਨੇ ਡਾਈਵਰਟ ਹੋ ਗਏ ਨੇ ਦੂਜੀ ਕੰਟਰੀ ਵੱਲ। ਤਾਂ ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜਾ ਹੈ ਹੁਣ ਸਕੋਪ ਅੱਛਾ ਹੈ, ਉੱਥੇ ਤੁਹਾਡੇ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਰਹਿਣਗੇ। ਇਸ ਤੋਂ ਅੱਗੇ ਅਸੀਂ ਕਾਲਜ ਦੀ ਗੱਲ ਵੀ ਕਰਾਂਗੇ ਕਿ ਅਸੀਂ ਤੁਹਾਡੇ ਲਈ ਕੀ ਲੈ ਕੇ ਆ ਰਹੇ ਹਾਂ, ਕਿਉਂਕਿ ਬਹੁਤ ਸਾਰੇ ਬੱਚਿਆਂ ਲਈ ਜਿਵੇਂ ਸੀਟਸ ਅਵੇਲੇਬਲ ਨਹੀਂ ਹੈਗੀਆਂ। ਸਪਟੰਬਰ ਇਨਟੇਕ ਦੇ ਵਿੱਚ ਜਿਹੜੀਆਂ ਹੈ ਉਹ ਸੀਟਸ ਜਿਹੜੀਆਂ ਨੇ ਉਹ ਜ਼ਿਆਦਾ ਰੈਗੂਲਰ ਫਿਲ ਹੋ ਰਹੀਆਂ ਨੇ, ਪਰ ਅਸੀਂ ਜਿਹੜਾ ਹੈ ਤੁਹਾਡੇ ਲਈ ਇੱਕ ਮੇਨ ਇਨਟੇਕ ਸਾਡੇ ਕੋਲ ਹੈਗਾ। ਮੇਨ ਇਨਟੇਕ ਦੇ ਵਿੱਚ ਸਾਡੇ ਕੋਲ ਕੁਝ ਯੂਨੀਵਰਸਿਟੀ ਔਰ ਕਾਲਜ ਇੱਦਾਂ ਦੇ ਹੈਗੇ ਨੇ ਜਿੰਦੀ ਅਸੀਂ ਗੱਲ ਕਰਾਂਗੇ ਕਿ ਉਹਨਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਐਡਮਿਸ਼ਨ ਲੈ ਸਕਦੇ ਹੋ ਔਰ ਕਿੰਨੀ ਫੀਸ ਹੈ, ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਘੱਟ ਫੀਸ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ, ਔਰ ਉਹਦੇ ਵਿੱਚ ਕੀ ਰਿਕੁਆਇਰਮੈਂਟ ਹੈਗੀਆਂ, ਕਿੰਨੀ ਜਲਦੀ ਜਿਹੜਾ ਹੈ ਤੁਸੀਂ ਜਿਹੜਾ ਉਹ ਵੀਜ਼ਾ ਲੈ ਪਾਓਗੇ। ਜੀ 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 ਬਿਲਕੁਲ। ਸੋ ਇਹ ਸਾਰੀ ਜਾਣਕਾਰੀ ਦੇਖੋ, ਅਸੀਂ ਬਾਰ-ਬਾਰ ਇੱਕ ਗੱਲ ਹਮੇਸ਼ਾ ਇਸ ਸ਼ੋਅ ਦੇ ਜ਼ਰੀਏ ਕਹਿੰਦੇ ਆ ਕਿ ਹਰੇਕ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਤੇ ਇਸ ਲਈ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਮੇਰੇ ਕਜ਼ਨ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ ਇਸ ਤਰੀਕੇ ਨਾਲ ਫਾਈਲ ਲਗਾਈ ਸੀ ਤੇ ਉਸਦਾ ਵੀਜ਼ਾ ਆ ਗਿਆ। ਸੋ ਹਰੇਕ ਦੇ ਡਾਕੂਮੈਂਟਸ ਅਲੱਗ ਹੁੰਦੇ ਨੇ, ਤੁਹਾਡੀ ਪੜ੍ਹਾਈ, ਤੁਹਾਡੇ ਨੰਬਰ, ਪਰਸੈਂਟੇਜ ਅਲੱਗ ਹੁੰਦੀ ਹੈ, ਉਸ ਦੇ ਅਕੋਰਡਿੰਗਲੀ ਜੋ ਕੰਸਲਟੈਂਟ ਨੇ ਤੁਹਾਨੂੰ ਸਹੀ ਸਲਾਹ ਦੇ ਸਕਦੇ ਨੇ, ਸਹੀ ਗਾਈਡੈਂਸ ਦੇ ਸਕਦੇ ਨੇ। ਸੋ ਇਸ ਲਈ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋਗੇ ਜਾਂ ਡਾਕੂਮੈਂਟਸ WhatsApp ਜ਼ਰੀਏ ਭੇਜ ਦਿਓ ਤਾਂ ਕਿ ਸਹੀ ਅਸੈਸਮੈਂਟ ਨਾਲ ਤੁਹਾਨੂੰ ਗਾਈਡ ਕੀਤਾ ਜਾ ਸਕੇ। ਕਈ ਵਾਰੀ ਕੀ ਹੁੰਦਾ ਕਿ ਤੁਸੀਂ ਜਿਵੇਂ ਕੋਈ ਵੀ ਕੰਸਲਟੈਂਟ ਹੁਣ ਟੀਵੀ ਸ਼ੋਅ ਦੇ ਵਿੱਚ ਸਲਾਹ ਦਿੰਦੇ ਨੇ, ਤਾਂ ਬਾਅਦ ਵਿੱਚ ਜਦੋਂ ਸਟੂਡੈਂਟ ਮਿਲਦੇ ਹੋ ਕਹਿੰਦੇ ਤੁਸੀਂ ਸ਼ੋਅ ਵਿੱਚ ਤਾਂ ਇਹ ਗੱਲ ਕਹੀ ਸੀ, ਹੈਨਾ, ਤੇ ਉਹਨਾਂ ਚੀਜ਼ਾਂ ਦਾ ਫਰਕ ਜ਼ਰੂਰ ਪੈਂਦਾ ਹੈ। ਸੋ ਇਸ ਲਈ ਚੰਗੀ ਸਲਾਹ ਲਈ ਆਪਣੇ ਪੇਰੈਂਟਸ ਨੂੰ ਵੀ ਨਾਲ ਲੈ ਕੇ ਜ਼ਰੂਰ ਜਾਇਆ ਕਰੋ। ਤੇ ਕੈਨੇਡਾ ਦੇ ਵਿੱਚ ਆਪਾਂ ਹੁਣ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ 5.5 ਬੈਂਡ ਵਾਲਿਆਂ ਨੂੰ ਵੀ ਤੁਸੀਂ ਸਲਾਹ ਦਿੱਤੀ ਹੈ, ਪਰ ਕਈ ਵਾਰੀ ਜੋ ਹੈ ਸਟੂਡੈਂਟਸ ਬਾਰ-ਬਾਰ ਨਾ ਕਰਕੇ ਆਪਣਾ ਅਪੀਅਰ ਹੋ ਕੇ ਵੀ ਉਹਨਾਂ ਡਿਜ਼ਾਇਰਡ ਸਕੋਰ ਨਹੀਂ ਲੈ ਪਾ ਰਹੇ। ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ, ਕਿਉਂਕਿ ਟਾਈਮ ਵੀ ਬਹੁਤ ਲੰਘਦਾ ਜਾਂਦਾ ਹੈ, ਗੈਪ ਵੀ ਇਨਕਰੀਜ਼ ਹੋਈ ਜਾਂਦਾ ਹੈ, ਉਹਨਾਂ ਨੂੰ ਸਹੀ ਆਪਣਾ ਟਾਈਮ ਕਿਵੇਂ ਬਚਾਉਣਾ ਚਾਹੀਦਾ? ਬਿਲਕੁਲ, ਦੇਖੋ ਜਿਹੜੇ ਬੱਚਿਆਂ ਦਾ ਰੈਗੂਲਰ ਜਿਹੜਾ ਟੈਸਟ ਦੇਣ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਦਾ ਨਹੀਂ ਹੋ ਪਾ ਰਿਹਾ, ਲੱਗ ਨਹੀਂ ਰਿਹਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਇੱਕ 'ਚੋਂ 5.5 ਬੈਂਡ, ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਚੱਲੇਗਾ, ਹੁਣ ਕੋਈ ਪ੍ਰੋਬਲਮ ਨਹੀਂ, ਉਹਦੇ 'ਚ ਵੀਜ਼ਾ ਆਏਗਾ।
ਔਰ ਮੈਂ ਦੇਖੋ ਇਹਦੇ ਵਿੱਚ ਬਹੁਤ ਇੱਕ ਵੱਡੀ ਜਿਹੜੀ ਦਿੱਕਤ ਦੀ ਗੱਲ ਕਰਨਾ ਚਾਹੁੰਦਾ ਉਹ ਇਹ ਹੈਗੀ ਆ ਕਿ ਬਹੁਤ ਸਾਰੇ ਗਵਰਨਮੈਂਟ ਕਾਲਜ ਜਿਹੜੇ ਨੇ ਉਹ ਤੁਹਾਨੂੰ 1 ਤੋਂ 5.5 ਤੇ ਵੀਜ਼ਾ ਜਾਂ 1 ਤੋਂ 5.5 ਤੇ ਤੁਹਾਡੀ ਐਪਲੀਕੇਸ਼ਨ ਨਹੀਂ ਲੈ ਰਹੇ। ਓਕੇ, ਹਾਂ, ਕਿਉਂਕਿ ਪਹਿਲਾਂ ਜਿਹੜੇ ਕਾਲਜ ਦੀ ਰਿਕੁਆਇਰਮੈਂਟ 1 ਤੋਂ 5.5 ਸੀ ਉਹਨਾਂ ਨੇ ਬਾਅਦ ਵਿੱਚ ਜਨਵਰੀ 'ਚ ਜਾ ਕੇ ਚੇਂਜ ਕਰ ਦਿੱਤੀ ਸੀ, ਕਿਉਂਕਿ ਰਿਫਿਊਜ਼ਲ ਰੇਟ ਇੰਨਾ ਜ਼ਿਆਦਾ ਹਾਈ ਹੋ ਗਿਆ ਸੀ ਕਿ ਉਹਨਾਂ ਦੀ ਐਪਲੀਕੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਦਿੱਕਤ ਹੋਣੀ ਸ਼ੁਰੂ ਹੋ ਗਈ ਕਿ ਸਾਡਾ ਲਾਇਸੈਂਸ ਨਾ ਕੈਂਸਲ ਹੋ ਜਾਵੇ ਜਾਂ ਸਾਨੂੰ ਕੋਈ ਹੋਰ ਦਿੱਕਤ ਨਾ ਹੋਵੇ। ਇਸ ਕਰਕੇ ਬਹੁਤ ਅੱਛੇ ਕਾਲਜ ਦੀ ਗੱਲ ਕਰਾਂ ਜਿੱਥੇ ਜਿਹੜੀ ਸਟੂਡੈਂਟ ਦੀ ਪ੍ਰੈਫਰੈਂਸ ਹੈਗੇ ਨੇ ਉਹਨਾਂ ਦੇ ਵਿੱਚ 1 ਤੋਂ 5.5 ਤੇ ਜਿਹੜਾ ਹੈ ਉਹਨਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਨਹੀਂ, ਉਹ ਹੁਣ ਵੀ ਕਾਫੀ ਕਾਲਜ ਜਿਹੜੇ ਉਹ ਨਹੀਂ ਲੈ ਰਹੇ। ਬਟ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਦੇਖੋ ਪ੍ਰਾਈਵੇਟ ਐਂਡ ਗਵਰਨਮੈਂਟ ਕਾਲਜ ਦੋਨੋਂ ਡਿਫਰੈਂਟ ਚੀਜ਼ਾਂ ਨੇ ਜੀ। ਪ੍ਰਾਈਵੇਟ ਕਾਲਜ ਦੇ ਵਿੱਚ ਸਾਡੇ 'ਚ ਬਹੁਤ ਤਕੜਾ ਵਹਿਮ ਹੈ ਜਾਂ ਮੈਂ ਕਹਾਂਗਾ ਕਿ ਜੀ ਮੈਨੂੰ ਵਰਕ ਪਰਮਿਟ ਨਹੀਂ ਮਿਲਣਾ, ਵਰਕ ਪਰਮਿਟ ਜਿਹੜਾ ਹੈ ਉਹ ਜੌਬ ਸਰਚ ਵੀਜ਼ਾ ਜਿਹੜਾ ਉਹ ਮੈਨੂੰ ਨਹੀਂ ਮਿਲਣਾ। ਦੇਖੋ ਲੀਗਲੀ ਤੁਹਾਨੂੰ ਉਹ ਨਹੀਂ ਮਿਲਣਾ, ਐਕਚੁਅਲ 'ਚ ਨਹੀਂ ਮਿਲਣਾ, ਠੀਕ ਹੈ। ਬਟ ਅਗਰ ਤੁਸੀਂ ਪ੍ਰਾਈਵੇਟ ਕਾਲਜ ਦੀ ਗੱਲ ਕਰਦੇ ਹੋ, ਪ੍ਰਾਈਵੇਟ ਕਾਲਜ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ ਇੱਦਾਂ ਦੇ ਕਾਲਜ ਨੇ ਪ੍ਰਾਈਵੇਟ ਜਿਹੜੇ 1-1 2-2 ਰੂਮ 'ਚ ਖੁੱਲ੍ਹੇ ਹੋਏ ਨੇ, ਜਿਸ ਵਜ੍ਹਾ ਕਰਕੇ ਮੈਂ ਕਹਾਂਗਾ ਕਿ ਦਿੱਕਤ ਹੁੰਦੀ ਹੈ ਸਟੂਡੈਂਟ ਨੂੰ। ਬਟ ਅਸੀਂ ਕੁਝ ਕੁ ਪ੍ਰਾਈਵੇਟ ਕਾਲਜ ਇੱਦਾਂ ਦੇ ਰਿਪਰੈਜ਼ੈਂਟ ਕਰਦੇ ਹਾਂ ਜਿੱਥੇ ਜਿਹੜਾ ਹੈ ਵੀਜ਼ਾ ਦੀ ਰੇਸ਼ੋ ਵੀ ਬਹੁਤ ਅੱਛੀ ਹੈ ਔਰ ਉਸ ਤੋਂ ਬਾਅਦ ਬੱਚੇ ਨੂੰ ਵਰਕ ਪਰਮਿਟ ਵੀ ਮਿਲਦਾ ਹੈ ਜੀ। ਮੈਂ ਅੱਜ ਇੱਕ ਕਾਲਜ ਦੀ ਗੱਲ ਕਰਾਂਗਾ, ਸਾਡੇ ਕੋਲ ਟੋਰਾਂਟੋ ਦੇ ਵਿੱਚ ਇੱਕ ਕਾਲਜ ਹੈਗਾ ਹੈ। ਅਗਰ ਕੋਈ ਬੱਚਾ ਉੱਥੇ ਜਾਣਾ ਚਾਹੁੰਦਾ, ਸਾਰੇ ਕੋਰਸਿਸ ਹੈਗੇ ਨੇ ਸਾਡੇ ਕੋਲ, ਮੈਡੀਕਲ ਦੇ ਕੋਰਸਿਸ ਹੈਗੇ ਨੇ ਸਾਡੇ ਕੋਲ, ਬਿਜ਼ਨਸ ਦੇ ਕੋਰਸਿਸ ਹੈਗੇ ਨੇ, IT ਦੇ ਕੋਰਸਿਸ ਹੈਗੇ ਨੇ ਔਰ ਹੋਰ ਵੀ ਕਾਫੀ ਤਰ੍ਹਾਂ ਦੇ ਕੋਰਸਿਸ ਹੈਗੇ ਨੇ ਉਸ ਕਾਲਜ ਦੇ ਵਿੱਚ। ਪਰ ਤੁਸੀਂ ਇਹ ਜਾਣ ਕੇ ਬਹੁਤ ਖੁਸ਼ ਹੋਵੋਗੇ ਕਿ ਸਿਰਫ ਉਸ ਕਾਲਜ ਦੀ ਜਿਹੜੀ ਫੀਸ ਆ ਉਹ 3.5 ਲੱਖ ਰੁਪਏ ਸਾਲ ਦੀ ਹੈ, ਜਿਹੜਾ ਇੱਕ ਸਪੈਸ਼ਲ ਡਿਸਕਾਊਂਟ ਉਹ ਕਾਲਜ ਦੇਣ ਜਾ ਰਿਹਾ ਸਾਨੂੰ। 3.5 ਲੱਖ ਰੁਪਇਆ ਪੂਰੇ ਸਾਲ ਦੀ ਫੀਸ ਜਿਹੜੀ ਆ ਤੁਹਾਨੂੰ ਮਿਲੇਗੀ ਨਹੀਂ ਟੋਰਾਂਟੋ ਦੇ ਵਿੱਚ, ਪਰ ਉਹ ਤੁਹਾਨੂੰ ਜਿਹੜਾ ਹੈ ਪ੍ਰੋਪਰ 3.5 ਲੱਖ ਰੁਪਏ ਦੇ ਵਿੱਚ ਪੂਰੀ ਸਾਲ ਦੀ ਫੀਸ ਲੈ ਕੇ ਔਰ ਉਸ ਤੋਂ ਬਾਅਦ ਜਿਹੜੀ ਉਹਦੀ ਸ਼ਿਫਟਿੰਗ ਹੈਗੀ ਆ ਉਹ ਡਾਇਰੈਕਟਲੀ ਗਵਰਨਮੈਂਟ ਕਾਲਜ ਦੇ ਨਾਲ ਹੈਗੀ ਆ। ਮਤਲਬ ਜਿਹੜੀ ਤੁਹਾਨੂੰ ਡਿਗਰੀ ਮਿਲੇਗੀ ਉਹ ਗਵਰਨਮੈਂਟ ਕਾਲਜ ਤੋਂ ਮਿਲੇਗੀ। ਤਾਂ ਤੁਸੀਂ ਪਹਿਲੇ ਸਾਲ 'ਚ ਸਿਰਫ ਹੀ ਕੋਈ ਮੈਂ ਕਹਾਂਗਾ ਕਿ 3.5 ਲੱਖ ਰੁਪਇਆ ਖਰਚ ਕੇ ਪੂਰੇ ਸਾਲ ਦਾ ਔਰ GIC ਭਰ ਕੇ ਤੁਹਾਡਾ ਟੋਟਲ ਖਰਚਾ ਜਿਹੜਾ ਹੈ ਉਹ 8.5-9 ਲੱਖ ਰੁਪਏ ਆਉਣ ਵਾਲਾ, ਇਸ ਤੋਂ ਜ਼ਿਆਦਾ ਨਹੀਂ ਹੈ। ਜਿਹੜਾ ਤੁਹਾਡਾ 15-16 ਲੱਖ ਰੁਪਏ ਜਾਣਾ ਹੈ, ਤੁਸੀਂ 50% ਪੈਸੇ ਦੇ ਵਿੱਚ ਜਿਹੜਾ ਉੱਥੇ ਪੜ੍ਹ ਸਕਦੇ ਹੋ ਔਰ 3 ਸਾਲ ਦਾ ਪੂਰਾ ਵਰਕ ਪਰਮਿਟ ਲੈ ਸਕਦੇ ਹੋ। 3 ਸਾਲ ਦਾ ਪੂਰਾ ਵਰਕ ਪਰਮਿਟ, ਪਹਿਲਾਂ ਤੁਸੀਂ 6 ਮਹੀਨੇ ਉੱਥੇ ਪੜ੍ਹਨਾ ਹੈ, 6 ਮਹੀਨੇ ਤੋਂ ਸਾਲ ਦੇ ਵਿੱਚ ਕੁਝ ਕੋਰਸਿਸ 6 ਮਹੀਨੇ ਪੜ੍ਹਨੇ ਪੈਣੇ ਆ, ਕੁਝ ਕੋਰਸਿਸ ਸਾਲ ਪੜ੍ਹਨੇ ਪੈਣੇ ਆ ਔਰ ਉਸ ਤੋਂ ਬਾਅਦ ਤੁਸੀਂ ਅੱਗੇ ਸ਼ਿਫਟ ਹੋ ਜਾਓਗੇ ਗਵਰਨਮੈਂਟ ਕਾਲਜ। ਉਹ ਤੁਹਾਨੂੰ ਪਹਿਲਾਂ ਤੋਂ ਹੀ ਲੈਟਰ ਮਿਲੇਗਾ, ਜਦੋਂ ਤੁਸੀਂ ਇੱਥੇ ਪ੍ਰਾਈਵੇਟ ਕਾਲਜ ਅਪਲਾਈ ਕਰਨਾ ਤੁਹਾਨੂੰ ਨਾਲ ਅਸੀਂ ਲੈਟਰ ਦੇਵਾਂਗੇ ਗਵਰਨਮੈਂਟ ਕਾਲਜ ਦਾ ਵੀ। ਤਾਂ ਮੀਨਸ ਤੁਹਾਨੂੰ ਜਿਹੜੀ ਡਿਗਰੀ ਹੈ ਉਹ ਤੁਹਾਨੂੰ ਗਵਰਨਮੈਂਟ ਕਾਲਜ ਤੋਂ ਹੀ ਮਿਲਣੀ ਹੈ ਔਰ ਤੁਹਾਨੂੰ ਜਿਹੜੇ ਵਰਕ ਪਰਮਿਟਸ ਦੇ ਰਾਈਟ ਨੇ ਪੂਰੇ 3 ਸਾਲ ਦੇ ਉਹ ਤੁਹਾਨੂੰ ਪੂਰੇ ਦੇ ਪੂਰੇ ਮਿਲਣੇ ਆ। ਔਰ ਜਿਨ੍ਹਾਂ ਦੇ 1 ਚੋਂ 5.5 ਬੈਂਡ ਨੇ ਓਵਰਆਲ 50% ਨੇ, ਉਹ ਸਾਰੇ ਬੱਚੇ ਜਿਹੜੇ ਨੇ ਇੱਥੇ ਅਪਲਾਈ ਕਰ ਸਕਦੇ ਨੇ ਔਰ ਮੈਂ ਕਹਿੰਦਾ ਹੈ ਕਿ ਗਰੰਟੀ ਨਾਲ ਵੀਜ਼ਾ ਆਏਗਾ, ਤੁਹਾਡਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਪੂਰੀ ਟੀਮ ਆ ਉਹ ਉਹਦੇ 'ਤੇ ਮਿਹਨਤ ਕਰਦੀ ਹੈ, ਪੂਰੀ ਫਾਈਲਿੰਗ 'ਤੇ ਅਸੀਂ ਮਿਹਨਤ ਕਰਦੇ ਹਾਂ। ਐਕਸਪੀਰੀਅੰਸ ਸਟਾਫ ਹੈ ਮੇਰਾ ਔਰ ਪਿਛਲੇ 6-7 ਸਾਲ 8 ਸਾਲ ਤੋਂ ਰੈਗੂਲਰ ਉਹ ਜਿਹੜੇ ਕੰਮ ਕਰ ਰਹੇ ਨੇ ਫਾਈਲਿੰਗ ਦੇ ਉੱਪਰ ਔਰ ਸਾਡੇ ਕੋਲ ਇੱਕ ਪ੍ਰੋਪਰ ਟੀਮ ਹੈ, SOP ਦੀ ਟੀਮ ਹੈ। SOP 'ਚ ਬਹੁਤ ਵੱਡਾ ਰੋਲ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰਦੀ ਹੈ ਕਿ ਕਿਸੇ ਦਾ ਵੀਜ਼ਾ ਆਉਣਾ ਹੈ ਜਾਂ ਨਹੀਂ ਆਉਣਾ। ਤਾਂ ਇਹ ਸਭ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇੱਕ ਪਰਫੈਕਟ ਕੰਸਲਟੈਂਸੀ ਦੇ ਤੌਰ 'ਤੇ ਜਿਹੜਾ ਹੈ ਅਸੀਂ ਬੱਚੇ ਦਾ ਵੀਜ਼ਾ ਲਵਾਉਣ ਦਾ ਜਿਹੜਾ ਹੈ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਬੱਚੇ ਦਾ ਵੀਜ਼ਾ ਜਿਹੜਾ ਆਏਗਾ। ਜੀ 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 ਬਿਲਕੁਲ। ਇੱਥੇ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗੀ, ਤੁਸੀਂ ਆਪਣੀ ਕੰਪਨੀ ਬਾਰੇ ਗੱਲ ਕਰ ਹੀ ਰਹੇ ਹੋ, ਜਿਵੇਂ ਕਿ ਤੁਸੀਂ ਹੁਣੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੁਝ ਰਿਫਿਊਜ਼ਲ ਕੇਸਿਸ ਦੇ ਤੁਸੀਂ ਰੀਅਪਲਾਈ ਕਰਕੇ ਜੋ ਵੀਜ਼ਾਸ ਲੈ ਕੇ ਆਏ ਹੋ, ਤਾਂ ਕਿਸ ਚੀਜ਼ ਉੱਪਰ ਤੁਹਾਡੀ ਕੰਪਨੀ ਵੱਲੋਂ ਤੁਹਾਡੇ ਵੱਲੋਂ ਫੋਕਸ ਕੀਤਾ ਜਾਂਦਾ ਤਾਂ ਕਿ ਜੋ ਹੈ ਰਿਫਿਊਜ਼ਲ ਕੇਸਿਸ ਆ ਵੀ ਸਕਸੈਸ ਰੇਟ ਵਧੀਆ ਆ ਰਿਹਾ? ਬਿਲਕੁਲ ਜੀ। ਦੇਖੋ ਅਸੀਂ ਬੱਚੇ ਨੂੰ ਦੇਖੋ ਅਸੀਂ ਤਾਂ ਪਹਿਲਾਂ ਦੇਖਦੇ ਹਾਂ ਕਿ ਵੀ ਰਿਫਿਊਜ਼ਲ ਦਾ ਦੇਖੋ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਜਨਵਰੀ 'ਚ ਰਿਫਿਊਜ਼ਲ ਦਾ ਰੀਜ਼ਨ ਕੀ ਹੈ। ਅਗਰ ਬੱਚੇ ਦੇ ਬੈਂਡ ਅੱਛੇ ਸੀ, ਬੱਚੇ ਦਾ ਸਕੋਰ ਅੱਛਾ ਸੀ ਜਾਂ ਉਹਦੇ 'ਚ ਕੋਈ ਇੱਦਾਂ ਦੀ ਗੱਲ ਹੀ ਨਹੀਂ ਸੀ, ਦੇਖੋ ਹਰ ਇੱਕ ਬੱਚੇ ਨੂੰ ਜਿਹੜੀ ਉਹਨਾਂ ਮੈਕਸੀਮਮ ਰਿਫਿਊਜ਼ਲ ਦਿੱਤੇ ਸੀ ਜਨਵਰੀ 'ਚ ਉਹ ਟੋਟਲੀ ਡਿਪੈਂਡ ਇਸ ਗੱਲ 'ਤੇ ਕਰਦੀ ਸੀ ਕਿ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਅੱਛਾ ਨਹੀਂ ਹੈ ਜਾਂ ਫਿਰ ਜਿਹੜਾ ਹੈ ਤੁਸੀਂ ਜਿਹੜਾ ਕੋਰਸ ਲਿਆ ਹੈ ਉਹ ਕੋਰਸ ਰੈਲੇਵੈਂਟ ਨਹੀਂ ਹੈ ਔਰ ਤੀਸਰੀ ਇੱਕ ਰਿਫਿਊਜ਼ਲ ਦਿੰਦੇ ਸੀ ਕਿ ਤੁਹਾਡੇ ਜਿਹੜਾ ਹੈ ਲੈਂਗੁਏਜ ਐਬਿਲਿਟੀ ਪੂਰੀ ਨਹੀਂ ਹੈ। ਓਕੇ, ਠੀਕ ਹੈ। ਪਰ ਇਹ ਚੀਜ਼ਾਂ ਤਿੰਨੋਂ ਜਿਹੜੀਆਂ ਨੇ ਉਹ ਮੈਂ ਕਹਾਂਗਾ ਕਿ ਕਾਪੀ ਪੇਸਟ ਰਿਫਿਊਜ਼ਲ ਸੀ ਸਭ ਦੀਆਂ, ਕਿਉਂਕਿ ਜਿਵੇਂ ਦੱਸਿਆ ਗਿਆ ਸੀ ਪਹਿਲਾਂ ਵੀ ਕਿ ਉਹਨਾਂ ਨੇ ਇੱਕ ਸੌਫਟਵੇਅਰ ਲਗਾਇਆ ਹੋਇਆ ਸੀ ਕਿ ਜਿੰਦੀ ਵਜ੍ਹਾ ਕਰਕੇ ਜਿਹੜਾ ਹੈ ਹਰ ਇੱਕ ਦੀ ਰਿਫਿਊਜ਼ਲ 'ਚ ਇਹ 2 ਜਾਂ 3 ਜਿਹੜੇ ਰੀਜ਼ਨ ਨੇ ਇਹੀ ਆਉਂਦੇ ਨੇ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ। ਤਾਂ ਸਾਨੂੰ ਜਿੱਥੇ ਲੱਗਦਾ ਅਸੀਂ ਸਹੀ ਹਾਂ, ਜਿੱਥੇ ਸਾਨੂੰ ਲੱਗਦਾ ਹੈ ਕਿ ਇਹ ਕੇਸ ਜਿਹੜਾ ਹੈ ਸਹੀ ਹੈ, ਇਹਦੇ 'ਚ ਇਹ ਰੀਜ਼ਨ ਨਹੀਂ ਹੋਣੇ ਚਾਹੀਦੇ, ਤਾਂ ਅਸੀਂ ਉਸ ਲਈ ਫਾਈਟ ਕਰਦੇ ਹਾਂ।
ਅਸੀਂ ਉਹਨੂੰ ਫਾਈਟ ਕਰਨ ਲਈ ਕੀ ਆ, ਅਸੀਂ ਪ੍ਰੋਪਰ ਉਹਦੀ ਹਰ ਇੱਕ ਚੀਜ਼ ਜਿਹੜੀ ਆ ਬਣਾ ਕੇ ਉਹਦੀ SOP ਨੂੰ ਹੋਰ ਸਟਰੋਂਗ ਕਰਕੇ ਉਹਦੇ 'ਚ ਹੋਰ ਰੀਜ਼ਨ ਦੇ ਕੇ ਕਿ ਕਿਵੇਂ ਮੈਂ ਫਾਈਨੈਂਸ਼ੀਅਲੀ ਸਟਰੋਂਗ ਹੈਗਾ ਹੈ, ਕੀ ਮੇਰੇ ਕੋਲ ਪ੍ਰੂਫ ਹੈਗੇ ਨੇ ਕਿ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਹੈਗੇ ਆ, ਕਿਉਂ ਮੈਂ ਜੈਨੂਇਨ ਮੇਰਾ ਇੰਟਰਸਟ ਹੈਗਾ ਉੱਥੇ ਪੜ੍ਹਨ ਦਾ, ਕਿਉਂ ਮੈਂ ਇਸ ਕਾਲਜ 'ਚ ਜਾ ਰਿਹਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਅਸੀਂ ਪ੍ਰੋਪਰ ਫੋਕਸ ਕਰਦੇ ਹਾਂ ਇੱਕ ਚੀਜ਼ ਦੇ ਉੱਪਰ, ਇੱਕ ਚੀਜ਼ ਨੂੰ ਪ੍ਰੋਪਰ ਬਰੀਫ ਕਰਦੇ ਹਾਂ ਵੀਜ਼ਾ ਆਫਿਸਰ ਨੂੰ, ਤਾਂ ਕਿ ਵੀਜ਼ਾ ਆਫਿਸਰ ਜਿਹੜਾ ਇਹ ਜਾਣ ਪਾਏ ਕਿ ਬੱਚਾ ਜੈਨੂਇਨ ਹੈ, ਮੇਰੇ ਤੋਂ ਗਲਤੀ ਹੋਈ ਹੈ ਕਿ ਮੈਂ ਇਹਨੂੰ ਵੀਜ਼ਾ ਨਹੀਂ ਦਿੱਤਾ, ਮੈਂ ਇਹਨੂੰ ਵੀਜ਼ਾ ਦੇਣਾ ਸੀ ਬਟ ਇਹ ਹੈ ਕਿ ਉਸ ਟਾਈਮ ਇਹ ਹੋਇਆ ਕਿ ਵੀ ਚਲੋ ਜੋ ਵੀ ਰੀਜ਼ਨ ਹੋਇਆ ਉਸ ਟਾਈਮ ਐਪਲੀਕੇਸ਼ਨ ਜ਼ਿਆਦਾ ਹੋਣ ਕਰਕੇ ਰਿਫਿਊਜ਼ਲ ਹੋ ਗਈ, ਬਟ ਜਿਹੜਾ ਇਸ ਟਾਈਮ ਇਸ ਬੱਚੇ ਦੀ ਰਿਫਿਊਜ਼ਲ ਨਹੀਂ ਹੋਣੀ ਚਾਹੀਦੀ। ਤੇ ਅਸੀਂ ਖੁਦ ਹੈਰਾਨ ਆ ਕਿ ਦੋਨੋਂ ਤੇਰੇ ਬੱਚੇ ਜਿਹੜੇ ਮੈਂ ਕੱਲ ਦੱਸਿਆ ਹੈ ਕਿ ਇਹਨਾਂ ਜਨਵਰੀ 'ਚ ਸਿਰਫ ਆਫਟਰ 15 ਦਿਨ ਬਾਅਦ ਹੀ ਜਿਹੜਾ ਇਹਨਾਂ ਦਾ ਵੀਜ਼ਾ ਆ ਗਿਆ ਔਰ ਬਹੁਤ ਜਲਦੀ ਵੀਜ਼ਾ ਆਇਆ ਹੈ, ਔਰ ਇਹਨਾਂ ਦੋਨਾਂ ਬੱਚਿਆਂ ਨੂੰ ਮੈਂ ਕਹਾਂਗਾ ਕਿ ਉਹ ਬਹੁਤ ਖੁਸ਼ ਸੀ। ਕੱਲ ਉਹਨਾਂ ਨਾਲ ਗੱਲ ਹੋਈ ਕਿ ਸਰ ਸਾਡਾ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਆ ਗਿਆ। ਤਾਂ ਅਗਰ ਤੁਹਾਡੀ ਵੀ ਰਿਫਿਊਜ਼ਲ ਹੈ, ਅਸੀਂ ਤੁਹਾਡੀ ਫਾਈਲ ਨੂੰ ਪ੍ਰੋਪਰ ਚੈੱਕ ਕਰਾਂਗੇ, ਕੀ ਉਹਦੇ 'ਤੇ ਕੰਮ ਕਰਨਾ, ਤੁਹਾਡੇ ਨਾਲ ਡਿਸਕਸ਼ਨ ਹੋਏਗੀ, ਤੁਹਾਨੂੰ ਇੱਕ ਚੀਜ਼ ਜਿਹੜੀ ਹੈ ਤੁਹਾਡੇ ਸਾਹਮਣੇ ਹੋਏਗੀ ਕਿ ਵੀਜ਼ਾ ਕਿਸ ਤਰ੍ਹਾਂ ਹੋਣਾ। ਜੀ ਬਿਲਕੁਲ, ਕਿਉਂਕਿ ਵਾਕਈ ਜਿਵੇਂ ਤੁਸੀਂ ਗੱਲ ਕੀਤੀ ਕਿ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ, ਤਾਂ ਵਾਕਈ ਜਦੋਂ ਰਿਫਿਊਜ਼ਲ ਆਉਂਦੀ ਹੈ ਬੱਚੇ ਹਤਾਸ਼ ਹੋ ਜਾਂਦੇ ਨੇ ਔਰ ਨਾਲ ਦੀ ਉਹਨਾਂ ਦੇ ਪੇਰੈਂਟਸ, ਪੂਰਾ ਪਰਿਵਾਰ ਜੋ ਹੈ ਇੱਕ ਮਾਯੂਸੀ ਜ਼ਰੂਰ ਹੁੰਦੀ ਹੈ, ਬੜੀ ਉਮੀਦ ਦੇ ਨਾਲ ਫਾਈਲ ਲਗਾਈ ਹੁੰਦੀ ਹੈ। ਸੋ ਰਿਫਿਊਜ਼ਲ ਕੇਸਿਸ ਨੂੰ ਖਾਸ ਤੌਰ ਤੇ ਕਹਿਣਾ ਚਾਹਾਂਗੇ ਕਿ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਣਾ ਹੈ। ਸੋ ਦੁਬਾਰਾ ਤੋਂ ਤੁਸੀਂ ਜੋ ਹੈ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ। ਜੋ ਰਿਫਿਊਜ਼ਲ ਕੇਸਿਸ ਦਾ ਵੀ ਸਕਸੈਸ ਰੇਟ ਹੁਣ ਵਧੀਆ ਆ ਰਿਹਾ, ਵੀਜ਼ਾ ਲੱਗ ਰਹੇ ਨੇ ਕੈਨੇਡਾ ਦੇ, ਤੁਸੀਂ ਅਪਲਾਈ ਕਰ ਸਕਦੇ ਹੋ। ਕਿਹੜੇ ਇਨਟੇਕ ਲਈ ਹੁਣ ਸਟੂਡੈਂਟ ਜੋ ਅਪਲਾਈ ਕਰ ਸਕਦੇ ਨੇ? ਦੇਖੋ ਵੈਸੇ ਤਾਂ ਗਵਰਨਮੈਂਟ ਕਾਲਜ ਦੇ ਵਿੱਚ ਮੈਕਸਿਮਮ ਟੇਕ ਜਿਹੜਾ ਸੈਪਟੰਬਰ ਹੈਗਾ, ਬਟ ਮੈਂ ਜਿਵੇਂ ਦੱਸਿਆ ਕਿ ਸਾਡੇ ਕੋਲ ਕੁਝ ਇੰਸਟੀਚਿਊਟਸ ਹੈਗੇ ਨੇ ਜਿਨ੍ਹਾਂ ਦਾ ਇਨਟੇਕ ਤੁਹਾਨੂੰ ਅਸੀਂ ਮਈ ਦੇ ਸਕਦੇ ਹਾਂ। ਅਗਰ ਤੁਸੀਂ ਮਈ ਇਨਟੇਕ ਲਈ ਜਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਅਸੀਂ ਤੁਹਾਨੂੰ ਬਹੁਤ ਜਲਦੀ ਵਿਦਨ 2-3 ਡੇਜ਼ ਆਫਰ ਲੈਟਰ ਔਰ ਵਿਦਨ 2-3 ਡੇਜ਼ LOA ਦੇ ਕੇ ਤੁਹਾਡਾ ਕੇਸ ਵੀ ਜਿਹੜਾ ਹੈ ਅਸੀਂ ਵਿਦਨ 20 ਡੇਜ਼ ਅਪਲਾਈ ਕਰ ਸਕਦੇ ਹਾਂ। ਤਾਂ ਇਸ ਕਰਕੇ ਕਿਸੇ ਵੀ ਬੱਚੇ ਨੇ ਅਗਰ ਮਈ ਇਨਟੇਕ ਚਾਹੀਦਾ ਹੈ, ਅਗਰ ਉਹਦੇ ਬੈਂਡ ਅੱਛੇ ਨੇ, ਸਭ ਚੀਜ਼ਾਂ ਅੱਛੀਆਂ ਨੇ ਔਰ ਲੱਗਦਾ ਹੈ ਕਿ ਵੀਜ਼ਾ ਆਏਗਾ, ਉਹ ਸਾਡੀ ਟੀਮ ਨੂੰ ਜ਼ਰੂਰ ਮਿਲੇ ਤਾਂ ਕਿ ਕੈਨੇਡਾ ਦਾ ਜਿਹੜਾ ਉਹਦਾ ਜਾਣ ਦਾ ਸੁਪਨਾ ਹੈ ਉਹਨੂੰ ਅਸੀਂ ਸਾਕਾਰ ਕਰ ਸਕੀਏ। ਔਰ ਜਿਹੜਾ ਹੈ ਅਸੀਂ ਤੁਹਾਨੂੰ ਸਾਡੀ ਟੀਮ ਨੂੰ ਆ ਕੇ ਮਿਲੋ, ਤੁਹਾਨੂੰ ਪਤਾ ਲੱਗੇਗਾ, ਤੁਹਾਡੇ 'ਚ ਕੌਨਫੀਡੈਂਸ ਵਧੇਗਾ ਕਿ ਕਿਸ ਤਰ੍ਹਾਂ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਤੇ ਅਸੀਂ ਕਿੰਨਾ ਕੁ ਜੈਨੂਇਨਲੀ ਕੰਮ ਕਰਦੇ ਹਾਂ, ਕਿੰਨੇ ਤਰੀਕੇ ਨਾਲ ਜਿਹੜਾ ਅਸੀਂ ਬੱਚਿਆਂ ਦਾ ਵੀਜ਼ਾ ਲੈ ਚੁੱਕੇ ਹਾਂ। ਔਰ ਇਹਨਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਕਹਾਂਗਾ ਕਿ ਸਾਡੀ ਕਿਸੇ ਵੀ ਬ੍ਰਾਂਚ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਜਿਵੇਂ ਕਿ ਤੁਹਾਨੂੰ ਆਲਰੇਡੀ ਮੈਡਮ ਦੱਸਿਆ ਹੈ ਕਿ ਅਸੀਂ ਚੰਡੀਗੜ੍ਹ ਸਾਡਾ ਮੇਨ ਆਫਿਸ ਹੈਗਾ। ਅਗਰ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਮੇਰੀ ਬ੍ਰਾਂਚ ਤੋਂ ਤਾਂ ਤੁਸੀਂ ਚੰਡੀਗੜ੍ਹ ਵਿਜ਼ਿਟ ਕਰ ਸਕਦੇ ਹੋ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਚੰਡੀਗੜ੍ਹ ਵਾਲੇ ਨੰਬਰ ਤੇ। ਔਰ ਉਸ ਤੋਂ ਬਾਅਦ ਤੁਸੀਂ ਸਾਡੇ ਬਠਿੰਡਾ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ, ਸਾਡੇ ਕੁਰੂਕਸ਼ੇਤਰਾ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ, ਜਾਂ ਤੁਸੀਂ ਸਾਡੀ ਗੁਰਦਾਸਪੁਰ ਬ੍ਰਾਂਚ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਗੁਰਦਾਸਪੁਰ ਵਾਲਾ ਆਫਿਸ ਵੀ ਓਪਨ ਹੋ ਗਿਆ ਹੈ ਔਰ ਰੈਗੂਲਰ ਜਿਹੜਾ ਹੈ ਉੱਥੇ ਅਸੀਂ ਇਨਕੁਆਇਰੀਜ਼ ਲੈ ਰਹੇ ਹਾਂ, ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਪਰ ਜਿਹੜਾ ਸਟਾਫ ਸਾਡਾ ਉੱਥੇ ਬੈਠਾ ਹੋਇਆ। ਤੁਹਾਨੂੰ ਕੋਈ ਵੀ ਦਿੱਕਤ ਹੈਗੀ ਤੁਸੀਂ ਇਹ ਕੰਮ ਕਰ ਸਕਦੇ ਹੋ। ਤੇ ਬਹੁਤ ਹੀ ਜਲਦੀ ਜਿਹੜਾ ਹੈ ਅਸੀਂ ਈਜ਼ੀ ਵੇ ਆਪਣਾ ਇੱਕ ਸੌਫਟਵੇਅਰ ਲੈ ਕੇ ਆ ਰਿਹਾ ਜਿੰਦੇ ਵਿੱਚ ਅਸੀਂ ਆਨਲਾਈਨ ਕਾਉਂਸਲਿੰਗ ਦੀ ਵੀ ਆਪਸ਼ਨ ਰੱਖੀ ਹੈ। ਇਟ ਮੀਨਸ ਕਿ ਤੁਸੀਂ ਚਾਹੁੰਦੇ ਹੋ, ਤੁਸੀਂ ਕਿਸੇ ਵੀ ਕੋਨੇ 'ਚ ਬੈਠੇ ਹੋ ਦੁਨੀਆ ਦੇ, ਤੁਸੀਂ ਉੱਥੋਂ ਸਾਡੇ ਤੋਂ ਕੋਈ ਕਾਉਂਸਲਿੰਗ ਲੈਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਵੀਜ਼ਾ ਅਪਲਾਈ ਕਰਨਾ ਹੈ ਤਾਂ ਮੇਰੇ ਕੋਲ ਇਹ ਦਿੱਕਤ ਹੈਗੀ ਆ ਜਾਂ ਮੈਂ ਕਿਸ ਤਰ੍ਹਾਂ ਅਪਲਾਈ ਕਰਾਂ, ਤਾਂ ਤੁਸੀਂ ਸਾਡੀ ਆਨਲਾਈਨ ਕਾਉਂਸਲਿੰਗ ਲੈ ਸਕਦੇ ਹੋ। ਉਹ ਬਹੁਤ ਜਲਦੀ ਸਟਾਰਟ ਕਰਾਂਗੇ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਸਟਾਰਟ ਕੀਤਾ। ਤੁਸੀਂ ਵੀਡੀਓ ਦੇ ਰਾਹੀਂ ਸਾਡੇ ਨਾਲ ਪ੍ਰੋਪਰ ਕਾਉਂਸਲਿੰਗ ਲੈ ਸਕਦੇ ਹੋ, ਸਾਡੀ ਪੂਰੀ ਟੀਮ ਤੁਹਾਨੂੰ ਉਸ ਕਾਉਂਸਲਿੰਗ ਲਈ ਉੱਥੇ ਮਿਲੇਗੀ ਔਰ ਤੁਸੀਂ ਕਿਸੇ ਵੀ ਜਗ੍ਹਾ ਤੋਂ ਉਹ ਕਾਉਂਸਲਿੰਗ ਲਈ ਐਲੀਜੀਬਲ ਹੋਵੋਗੇ। ਜੀ ਬਿਲਕੁਲ। ਸੋ ਤੁਸੀਂ ਜ਼ਰੂਰ ਜੋ ਹੈ ਤੁਹਾਨੂੰ ਕਮਿੰਗ ਇਨਟੇਕਸ ਬਾਰੇ ਵੀ ਪਤਾ ਲੱਗ ਚੁੱਕਿਆ। ਸੋ ਜਲਦੀ ਤੋਂ ਜਲਦੀ ਅਪਲਾਈ ਕਰੋਗੇ ਤਾਂ ਹੀ ਜੋ ਹੈ ਤੁਹਾਡਾ ਵੀਜ਼ਾ ਜਲਦੀ ਤੋਂ ਜਲਦੀ ਲੱਗ ਸਕੇਗਾ। ਤੇ ਇਸ ਮਈ ਇਨਟੇਕ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇੱਥੇ SDS, ਨੌਨ SDS ਜਾਂ ਰਿਫਿਊਜ਼ਲ ਹਰ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਕਰ ਸਕਦੇ ਆ ਅਪਲਾਈ? ਬਿਲਕੁਲ ਹਰ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਕਰ ਸਕਦੇ ਆ। ਈਵਨ 1 ਤੋਂ 5.5 ਬੈਂਡ ਆ ਤਾਂ ਵੀ ਕਰ ਸਕਦੇ ਹੋ ਤੁਸੀਂ। ਓਵਰਆਲ 6 ਜਾਂ 6 ਈਚ ਨੇ ਉਹ ਵੀ ਕਰ ਸਕਦੇ ਹੋ। ਮਾਸਟਰ ਲਈ ਜਾਣਾ ਤਾਂ ਵੀ ਕਰ ਸਕਦੇ ਹੋ, ਬੈਚਲਰ ਲਈ ਜਾਣਾ ਤਾਂ ਵੀ ਕਰ ਸਕਦੇ ਹੋ। ਇਹ ਸਭ ਚੀਜ਼ਾਂ ਜਿਹੜੀਆਂ ਨੇ ਸਾਡੇ ਕੋਲ ਅਵੇਲੇਬਲ ਨੇ। ਤੁਸੀਂ ਸਾਡੀ ਟੀਮ ਨੂੰ ਇੱਕ ਵਾਰੀ ਜਿਹੜਾ ਹੈ ਜ਼ਰੂਰ ਮਿਲੋ। ਜੀ ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਜਿਹੜੇ +2 ਵਾਲੇ ਸਟੂਡੈਂਟਸ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕੋਰਸ ਸਿਲੈਕਸ਼ਨ ਨੂੰ ਲੈ ਕੇ ਵੀ ਬਹੁਤ ਕਨਫਿਊਜ਼ਨ ਰਹਿੰਦੀ ਹੈ। ਤੇ ਡਿਪਲੋਮਾ ਲਿਆ ਜਾਏ ਜਾਂ ਡਿਗਰੀ ਲਈ ਅਪਲਾਈ ਕੀਤਾ ਜਾਵੇ, ਉਹਨਾਂ ਲਈ ਲੌਂਗ ਟਰਮ ਅਗਰ ਦੇਖਿਆ ਜਾਏ ਕਿਹੜੀ ਸਿਲੈਕਸ਼ਨ ਸਹੀ ਰਹਿੰਦੀ ਹੈ? ਦੇਖੋ ਸਿਲੈਕਸ਼ਨ ਦੀ ਗੱਲ ਇਹ ਆ ਕਿ ਬਹੁਤ ਸਾਰੀ ਸਿਲੈਕਸ਼ਨ ਜਿਹੜੀ ਆ, ਸਪੈਸ਼ਲੀ ਅਗਰ ਮੈਂ ਨਾਰਥ ਪਾਰਟ ਦੀ ਗੱਲ ਕਰਾਂ ਕਿ ਹਰਿਆਣਾ ਪੰਜਾਬ ਦੇ ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਦੀ ਸਿਲੈਕਸ਼ਨ ਤੇ ਸਾਊਥ ਇੰਡੀਅਨ ਦੀ ਸਿਲੈਕਸ਼ਨ 'ਚ ਬਹੁਤ ਫਰਕ ਆ। ਜਿਹੜੇ ਸਾਡੇ ਸਟੂਡੈਂਟਸ ਨੇ ਉਹ ਹਮੇਸ਼ਾ ਇਹ ਸੋਚਦੇ ਨੇ ਕਿ ਮੈਂ ਉੱਥੇ ਜਾ ਕੇ ਕੰਮ ਕਰਨਾ ਹੈ ਔਰ ਮੇਰਾ ਪੜ੍ਹਨ ਦਾ ਇੱਕ ਸਿਰਫ ਰੀਜ਼ਨ ਉੱਥੇ ਕੰਮ ਕਰਨ ਤੇ PR ਹੋਣਾ ਹੈ, ਵੀ ਪੜ੍ਹਾਈ ਘੱਟ ਤੇ ਕੰਮ ਜ਼ਿਆਦਾ। ਇਸ ਕਰਕੇ ਉਹ ਹਮੇਸ਼ਾ ਡਿਪਲੋਮਾ ਚੂਜ਼ ਕਰਦੇ ਨੇ। ਪਰ ਜੇ ਅਗਰ ਮੈਂ ਸਾਡੇ ਸਾਊਥ
ਸਾਊਥ ਇੰਡੀਆ ਪਾਰਟ ਦੀ ਗੱਲ ਕਰਾਂ ਤਾਂ ਉੱਥੋਂ ਜਿਹੜੇ ਸਟੂਡੈਂਟ ਨੇ ਉਹ ਫੋਕਸ ਕਰਦੇ ਨੇ ਪੂਰੇ ਸਟੱਡੀ ਦੇ ਉੱਪਰ। ਜੀ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਜੀ ਮੈਂ ਉੱਥੇ ਪੀਆਰ ਲੈਣਾ ਹੈ ਜਾਂ ਉੱਥੇ ਮੈਂ ਕੰਮ ਕਰਨਾ ਹੈ ਜਾਂ ਉੱਥੇ ਮੈਂ ਵਰਕ ਪਰਮਿਟ ਲੈਣਾ ਹੈ, ਉਹ ਹਮੇਸ਼ਾ ਡਿਗਰੀ 'ਚ ਫੋਕਸ ਕਰਦੇ ਨੇ। ਹੁਣ ਕੀ ਇਹਦਾ ਰੀਜ਼ਨ ਕੀ ਹੈਗਾ, ਮੈਨੂੰ ਇੱਕ ਪਿੱਛੇ ਸਟੂਡੈਂਟ ਮਿਲਿਆ ਔਰ ਉਹ ਸਟੂਡੈਂਟ ਜਿਹੜਾ ਸੀ ਉਹਦੇ ਬੜੇ ਅੱਛੇ ਬੈਂਡ ਨੇ, ਅਸੀਂ ਉਹਨੂੰ ਅਪਲਾਈ ਕੀਤਾ ਹੋਇਆ। ਤਾਂ ਉਹ ਸਟੂਡੈਂਟ ਜਿਹੜਾ ਹੈ ਉਹਦਾ ਜਿਹੜਾ ਕੋਈ ਅੱਗੇ ਰਿਲੇਟਿਵ ਹੈ ਉਹ ਟੋਰਾਂਟੋ 'ਚ ਹੈ। ਉਹਨੇ ਮੇਰੇ ਨਾਲ ਉਹਦੀ ਗੱਲ ਕਰਾਈ ਔਰ ਉਹਨੇ ਪ੍ਰੈਫਰੈਂਸ ਦਿੱਤੀ ਕਿ ਮੈਨੂੰ ਟੋਰਾਂਟੋ ਯੂਨੀਵਰਸਿਟੀ 'ਚ ਹੀ ਜਾਣਾ ਹੈ, ਮੈਂ ਕਿਸੇ ਕਾਲਜ 'ਚ ਨਹੀਂ ਜਾਣਾ। ਠੀਕ ਹੈ। ਤਾਂ ਅਸੀਂ ਉਹਨੂੰ ਦੱਸਿਆ ਕਿ ਦੇਖੋ ਵੀ ਉੱਥੇ ਤੁਹਾਡਾ ਡਬਲ ਖਰਚਾ ਹੈ। ਇਟ ਮੀਨਸ ਕਿ ਤੁਸੀਂ 35,000 ਦੇ ਆਸ-ਪਾਸ ਤੁਹਾਡੀ ਫੀਸ ਹੋਏਗੀ, ਜਿੱਥੇ ਤੁਹਾਡੀ ਇੱਥੇ 20-21,000 ਫੀਸ ਹੈ, ਉੱਥੇ ਤੁਸੀਂ 35,000 ਦੀ ਫੀਸ ਭਰੋਗੇ। ਜੀ। ਤਾਂ ਉਹਨੇ ਦੱਸਿਆ ਕਿ ਦੇਖੋ ਜੀ ਮੇਰਾ ਜਿਹੜਾ ਕਜ਼ਨ ਆ ਉਹਨੇ ਇੱਥੋਂ ਹੀ ਡਿਗਰੀ ਕੀਤੀ ਆ ਔਰ ਇਸ ਟਾਈਮ ਜਿਹੜਾ ਹੈ ਉਹ ਬਹੁਤ ਹੀ ਅੱਛੀ ਜੌਬ 'ਤੇ ਆ। ਉਹਨੇ ਮੈਨੂੰ ਦੱਸਿਆ ਕਿ $67,000 ਜਿਹੜਾ ਹੈ ਉਹ ਉਹਦਾ ਪੈਕੇਜ ਸਟਾਰਟਿੰਗ ਪੈਕੇਜ ਹੈ ਔਰ ਉਸ ਤੋਂ ਬਾਅਦ ਉਹ ਰੈਗੂਲਰ ਬਹੁਤ ਅੱਛੀ ਕੰਪਨੀ 'ਚ ਉਹਨੂੰ ਜੌਬ ਮਿਲੀ ਆ। ਤਾਂ ਇਹ ਰੀਜ਼ਨ ਹੈ, ਇਹ ਸਾਡੀ ਸੋਚ ਹੈ ਕਿ ਅਸੀਂ ਕਿਸ ਚੀਜ਼ ਲਈ ਜਾਣਾ ਹੈ। ਤੁਸੀਂ ਡਿਪਲੋਮਾ ਚੂਜ਼ ਕੀਤਾ ਹੈ ਤਾਂ ਡਿਪਲੋਮਾ ਤੋਂ ਬਾਅਦ ਜਿਹੜਾ ਹੈ ਤੁਸੀਂ ਜੌਬ ਕਰ ਸਕਦੇ ਹੋ, ਤੁਸੀਂ ਲੇਬਰ 'ਚ ਜਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਬਟ ਅਗਰ ਡਿਗਰੀ ਤੁਸੀਂ ਕਰਦੇ ਹੋ ਤਾਂ ਡਿਗਰੀ ਦੀ ਵੈਲਿਊ ਇੱਕ ਅਲੱਗ ਹੈਗੀ ਆ। ਡਿਗਰੀ 'ਚ ਤੁਹਾਨੂੰ ਯੂਨੀਵਰਸਿਟੀ 'ਚ ਪੜ੍ਹਨ ਨੂੰ ਮਿਲੇਗਾ, ਤੁਹਾਡੀ ਪਲੇਸਮੈਂਟ ਜ਼ਿਆਦਾ ਅੱਛੀ ਹੋਏਗੀ। ਪਰ ਡਿਪਲੋਮਾ ਵਾਲੇ ਜਿਹੜੇ ਨੇ ਉਹ ਬੱਚੇ ਉਹ ਥੋੜਾ ਡਿਪਲੋਮਾ ਲੈਵਲ ਤੇ ਤੁਹਾਨੂੰ ਉਸ ਲੈਵਲ ਦੀ ਹੀ ਜੌਬ ਮਿਲਦੀ ਆ। ਤਾਂ ਇਹ ਚੁਆਇਸ ਤੁਹਾਡੀ ਹੈ ਕਿ ਤੁਸੀਂ ਆਪ ਨੂੰ ਕਿਸ ਡਾਇਰੈਕਸ਼ਨ 'ਚ ਲੈ ਕੇ ਜਾਣਾ ਹੈ। ਕਿਉਂਕਿ ਕਈ ਬੱਚਿਆਂ ਦੇ ਉੱਤੇ ਰਿਲੇਟਿਵ ਹੁੰਦੇ ਨੇ, ਕਈਆਂ ਦੇ ਉਹ ਕਹਿੰਦੇ ਤੂੰ ਆ ਜਾ, ਅਸੀਂ ਬਾਕੀ ਕੰਮ ਕੁਮ ਆਪ ਦੇਖ ਲਾਂਗੇ। ਤਾਂ ਇਸ ਕਰਕੇ ਉਹ ਬੱਚੇ ਕਹਿੰਦੇ ਨੇ ਚਲੋ ਘੱਟ ਪੈਸਾ ਲੱਗੇ ਸਾਡਾ, ਇਸ ਕਰਕੇ ਉਸ ਹਿਸਾਬ ਨਾਲ ਜਿਹੜਾ ਅਸੀਂ ਕੈਨੇਡਾ ਇੱਕ ਵਾਰੀ ਪਹੁੰਚ ਜਾਈਏ, ਬਾਕੀ ਗੱਲਾਂ ਬਾਅਦ ਦੀਆਂ ਨੇ। ਤਾਂ ਇਹ ਟੋਟਲੀ ਜਿਹੜਾ ਹੈ ਤੁਹਾਡੀ ਘਰ ਦੀ ਫਾਈਨੈਂਸ਼ੀਅਲ ਸਿਚੁਏਸ਼ਨ, ਤੁਹਾਡੀ ਸੋਚ ਤੇ ਤੁਹਾਡਾ ਜਿਹੜਾ ਹੈ ਐਕਸਪੀਰੀਅੰਸ, ਤੁਹਾਡੇ ਜਿਹੜੇ ਅੱਗੇ ਪਹਿਲਾਂ ਫਰੈਂਡਸ ਗਏ ਨੇ ਉਹਨਾਂ ਦੇ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਸਹੀ ਸਲਾਹ ਦੇਣ ਦੀ। ਅਸੀਂ ਤੁਹਾਨੂੰ ਸਲਾਹ ਹਮੇਸ਼ਾ ਸਹੀ ਇਸ ਕਰਕੇ ਦੇਣਾ ਚਾਹੁੰਦੇ ਹਾਂ ਕਿ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਦੇਖੋ ਇੰਨਾ ਪੈਸੇ ਦੇ ਫਰਕ ਨਾਲ ਤੁਹਾਨੂੰ ਇਹ ਚੀਜ਼ ਫਿਊਚਰ 'ਚ ਮਿਲ ਸਕਦੀ ਹੈ। ਬਟ ਫਿਰ ਵੀ ਲਾਸਟ ਡਿਸੀਜਨ ਤੁਹਾਡਾ ਰਹਿੰਦਾ ਹੈ ਕਿ ਤੁਸੀਂ ਡਿਪਲੋਮਾ 'ਚ ਜਾਣਾ ਹੈ ਜਾਂ ਤੁਸੀਂ ਡਿਗਰੀ 'ਚ ਜਾਣਾ ਹੈ। ਵਰਕ ਪਰਮਿਟ ਦੋਨਾਂ ਦੇ ਵਿੱਚ 3 ਸਾਲ ਦਾ ਮਿਲਦਾ ਹੈ, 3 ਸਾਲ ਦਾ ਉਹਦੇ 'ਚ ਮਿਲਦਾ, 3 ਸਾਲ ਦਾ ਇਹਦੇ 'ਚ ਮਿਲੇਗਾ। ਜੌਬ ਸਰਚ ਵੀਜ਼ਾ ਐਕਚੁਅਲ ਦੇ ਵਿੱਚ ਮੈਂ ਇੱਥੇ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਕਿ ਜੌਬ ਸਰਚ ਵੀਜ਼ਾ ਨੂੰ ਅਸੀਂ ਵਰਕ ਪਰਮਿਟ ਕਹਿ ਦਿੰਦੇ ਹਾਂ। ਜੀ ਜਿਹੜਾ ਕਿ ਬਹੁਤ ਮੈਂ ਕਹਾਂਗਾ ਰੋਂਗ ਵਰਡ ਹੈਗਾ ਕਿ ਦੇਖੋ ਇੱਕ ਪ੍ਰਾਈਵੇਟ ਕਾਲਜ ਹੈ ਔਰ ਪ੍ਰਾਈਵੇਟ ਕਾਲਜ ਦੇ ਵਿੱਚ ਜਿਹੜਾ ਹੈ ਸਾਨੂੰ ਜੌਬ ਸਰਚ ਵੀਜ਼ਾ ਜਿਹੜਾ ਹੈ ਉਹ ਨਹੀਂ ਮਿਲਦਾ। ਔਰ ਗਵਰਨਮੈਂਟ ਦੇ ਵਿੱਚ ਸਾਨੂੰ ਜੌਬ ਸਰਚ ਵੀਜ਼ਾ ਮਿਲਦਾ ਹੈ। ਪਰ ਇੱਕ ਪ੍ਰਾਈਵੇਟ ਵਾਲਾ ਬੱਚਾ ਵੀ ਪੀਆਰ ਲੈ ਸਕਦਾ ਹੈ ਤੇ ਇੱਕ ਗਵਰਨਮੈਂਟ ਵਾਲਾ ਵੀ ਪੀਆਰ ਲੈ ਸਕਦਾ ਹੈ। ਹੁਣ ਇਹਦਾ ਰੀਜ਼ਨ ਕੀ ਹੈ? ਮੰਨ ਲਓ ਮੈਂ ਇੱਕ ਹਸਪੀਟੈਲਿਟੀ ਕੋਰਸ ਲਈ ਗਿਆ, ਮੈਂ ਹਸਪੀਟੈਲਿਟੀ ਇੱਕ ਪ੍ਰਾਈਵੇਟ ਕਾਲਜ ਤੋਂ ਕੀਤੀ ਤੇ ਦੂਸਰੇ ਮੇਰੇ ਫਰੈਂਡ ਨੇ ਗਵਰਨਮੈਂਟ ਕਾਲਜ ਤੋਂ ਕੀਤੀ। ਜਿਹੜਾ ਗਵਰਨਮੈਂਟ ਕਾਲਜ ਵਾਲਾ ਬੱਚਾ ਹੈ ਉਹਨੂੰ ਇਸ ਚੀਜ਼ ਦੀ ਮੈਂ ਕਹਾਂਗਾ ਕਿ ਉਹਨੂੰ ਇਸ ਚੀਜ਼ ਦੀ ਪਹਿਲਾਂ ਤੋਂ ਟਰਾਈ ਕਰਨ ਦੀ ਲੋੜ ਨਹੀਂ ਹੈ ਕਿ ਵੀ ਉਹਨੂੰ ਜੌਬ ਮਿਲੇ ਜਾਂ ਉਹਨੂੰ ਟਾਈਮ ਦਿੱਤਾ ਜਾਏਗਾ। ਇਟ ਮੀਨਸ ਕਿ ਉਹਨੂੰ ਇੱਕ ਟਾਈਮ ਦਿੱਤਾ ਜਾ ਰਿਹਾ ਜੌਬ ਸਰਚ ਦੇ ਲਈ ਕਿ ਤੁਸੀਂ ਇਸ ਤੋਂ ਬਾਅਦ ਇਹ ਜੌਬ ਸਰਚ ਕਰਨੀ ਹੈ ਔਰ ਜਦੋਂ ਤੁਹਾਨੂੰ ਜੌਬ ਮਿਲ ਗਈ, EMPLOYER ਤੋਂ ਲੈਟਰ ਮਿਲ ਗਿਆ, ਫਿਰ ਤੁਸੀਂ ਵਰਕ ਪਰਮਿਟ ਲੈਣਾ। ਠੀਕ ਹੈ। ਸੇਮ ਪੋਜੀਸ਼ਨ ਜਿਹੜੀ ਆ ਪ੍ਰਾਈਵੇਟ 'ਚ ਨਹੀਂ ਹੈ। ਪ੍ਰਾਈਵੇਟ 'ਚ ਕੀ ਕਹਿੰਦੇ ਨੇ ਕਿ ਜਦੋਂ ਤੁਹਾਡਾ ਆਪਣਾ ਕੋਰਸ ਖਤਮ ਹੋ ਜਾਏਗਾ, ਮੰਨ ਲਓ ਤੁਸੀਂ ਕੋਰਸ ਅੱਜ ਹੀ ਖਤਮ ਕਰ ਲਿਆ, ਤਾਂ ਉਸ ਤੋਂ ਬਾਅਦ ਤੁਹਾਡੇ ਹੱਥ ਜੌਬ ਲੈਟਰ ਚਾਹੀਦਾ ਤਾਂ ਤੁਹਾਨੂੰ ਵਰਕ ਪਰਮਿਟ ਮਿਲੇਗਾ ਦੋਨਾਂ ਨੂੰ ਵਰਕ ਪਰਮਿਟ ਆ। ਬਟ ਉਹਦੇ 'ਚ ਤੁਹਾਨੂੰ ਜੌਬ ਸਰਚ ਵੀਜ਼ਾ ਲਈ ਟਾਈਮ ਮਿਲ ਰਿਹਾ, ਇਹਦੇ ਤੁਹਾਨੂੰ ਟਾਈਮ ਨਹੀਂ ਮਿਲ ਰਿਹਾ। ਹੁਣ ਕਈ ਬੱਚੇ ਕੀ ਕਰਦੇ ਨੇ ਜਿਹੜੇ ਪ੍ਰਾਈਵੇਟ 'ਚ ਜਾਂਦੇ ਨੇ, ਉਹਨਾਂ ਕੋਲ 1.5 ਸਾਲ 2 ਸਾਲ ਦਾ ਵੀਜ਼ਾ ਹੁੰਦਾ ਹੈ ਜਾਂ ਬਹੁਤ ਸਾਰੇ ਪ੍ਰਾਈਵੇਟ ਕਾਲਜ ਨੇ ਅੱਜ ਕੱਲ੍ਹ ਪੇਡ ਇੰਟਰਨਸ਼ਿਪ ਦਿੰਦੇ ਨੇ। ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਹੈ ਕਿ ਉੱਥੇ ਹੀ EMPLOYER ਤੋਂ ਲੈਟਰ ਮਿਲ ਜਾਂਦਾ ਹੈ ਜਾਂ ਫਿਰ ਕੀ ਹੁੰਦਾ ਹੈ ਕਿ ਉਹ ਪਹਿਲਾਂ ਹੀ ਕੁਝ ਇੱਦਾਂ ਦੀ ਸਿਚੁਏਸ਼ਨ ਆਪਣੇ ਲਈ ਬਣਾ ਲੈਂਦੇ ਨੇ ਕਿ ਉਹਨਾਂ ਨੂੰ ਜਿਹੜਾ ਹੈ ਜੌਬ ਸਰਚ ਜਿਹੜਾ ਦੀ ਬਜਾਏ ਡਾਇਰੈਕਟਲੀ ਤੁਹਾਨੂੰ ਵਰਕ ਪਰਮਿਟ ਮਿਲ ਜੇ। ਇਟ ਮੀਨਸ ਉਹ EMPLOYER ਨੂੰ ਅਪਰੋਚ ਕਰਦੇ ਨੇ ਕਿ ਦੇਖੋ ਜੀ ਮੈਂ ਇਹ ਕੋਰਸ ਕਰ ਰਿਹਾ ਤੇ ਮੇਰੇ ਕੋਲ ਇਹ ਨੌਲੇਜ ਹੈਗੀ ਆ, ਮੈਂ ਤੇਰੇ ਕੋਲ ਕੰਮ ਕਰਨਾ ਚਾਹੁੰਦਾ। ਕਿਉਂਕਿ ਕਈ EMPLOYER ਦੇਖੋ ਉੱਥੇ ਪੈਸੇ ਦੇ ਲਾਲਚ ਵੀ ਕਰਦੇ ਨੇ ਤੇ ਉਹ ਕਹਿੰਦੇ ਨੇ ਕੋਈ ਚੱਕਰ ਨਹੀਂ ਜੀ, ਮੈਂ ਤੁਹਾਨੂੰ ਦੇਵਾਂਗਾ ਸਪਾਂਸਰਸ਼ਿਪ ਜਾਂ ਮੈਂ ਤੁਹਾਡਾ ਐਜ਼ ਏ EMPLOYER ਤੁਹਾਨੂੰ ਸਪਾਂਸਰ ਕਰਦਾ ਕਿ ਤੁਸੀਂ ਮੇਰੇ ਰੈਸਟੋਰੈਂਟ 'ਚ ਕੰਮ ਕਰੋ। ਤਾਂ ਜਿਹੜਾ ਪ੍ਰਾਈਵੇਟ ਵਾਲਾ ਬੱਚਾ ਹੈ ਉਹ ਵੀ ਇਕੁਅਲ ਟੂ ਗਵਰਨਮੈਂਟ ਵਾਲੇ ਬੱਚੇ ਦੇ ਹੋ ਜਾਏਗਾ। ਹਾਂਜੀ, ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਪ੍ਰੋਪਰ ਵਰਕ ਪਰਮਿਟ ਮਿਲੇਗਾ, ਦੋਵਾਂ ਨੂੰ ਵਰਕ ਪਰਮਿਟ ਮਿਲੇਗਾ। ਇਹ ਨਹੀਂ ਹੈ ਕਿ ਪ੍ਰਾਈਵੇਟ ਵਾਲਾ ਨਹੀਂ ਮਿਲੇਗਾ ਤੇ ਗਵਰਨਮੈਂਟ ਵਾਲੇ ਨੂੰ ਮਿਲੇਗਾ। ਦੋਨਾਂ ਦਾ ਵਰਕ ਪਰਮਿਟ ਜਿਹੜਾ ਹੈ EMPLOYER ਦੀ ਲੈਟਰ ਤੇ ਹੀ ਡਿਪੈਂਡ ਕਰਦਾ ਹੈ। ਬਸ ਸਿਰਫ ਗਵਰਨਮੈਂਟ ਦੇ ਵਿੱਚ ਤੁਹਾਨੂੰ ਜਿਹੜਾ ਜੌਬ ਸਰਚ ਵੀਜ਼ਾ ਐਕਸਟਰਾ ਮਿਲਦਾ ਹੈ, ਐਕਸਟਰਾ ਮਿਲ ਜਾਂਦਾ। ਬਿਲਕੁਲ। ਤੇ ਬੜੇ ਹੀ ਸੋਹਣੇ ਤਰੀਕੇ ਨਾਲ ਗੁਰਤੇਜ ਸੰਧੂ ਜੀ ਨੇ ਜੋ ਹੈ ਐਕਸਪਲੇਨ ਕੀਤਾ ਸਾਰੀ ਚੀਜ਼ ਨੂੰ ਕਿ ਕਿਸ ਤਰੀਕੇ ਨਾਲ ਪ੍ਰਾਈਵੇਟ ਕਾਲਜ ਹੈ ਚਾਹੇ ਕਿ ਗਵਰਨਮੈਂਟ ਕਾਲਜ ਹੈ, ਕਿਹੜੇ ਰਸਤੇ ਨਾਲ ਚੱਲ ਕੇ, ਕਿਉਂਕਿ
ਕਿਉਂਕਿ ਕੰਮ ਦੋਵੇਂ ਤਰ੍ਹਾਂ ਨਾਲ ਕਰ ਸਕਦੇ, ਬਸ ਥੋੜੇ ਰਸਤੇ ਅਲੱਗ ਹੁੰਦੇ ਨੇ। ਸੋ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਪ੍ਰੋਸੀਜਰ ਜੋ ਹੈ ਜ਼ਰੂਰ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਏਗਾ, ਤਾਂ ਕਿ ਤੁਸੀਂ ਆਪਣਾ ਕੋਈ ਵੀ ਡਿਸੀਜਨ ਲੈਣਾ ਹੈ ਤਾਂ ਸਭ ਚੀਜ਼ਾਂ ਨੂੰ ਸਮਝਦੇ ਹੋਏ, ਦੇਖਦੇ ਹੋਏ ਆਪਣਾ ਡਿਸੀਜਨ ਲੈ ਸਕੋ। ਤੇ ਅੱਗੋਂ ਆਪਾਂ ਥੋੜੀ ਗੱਲ ਆਸਟ੍ਰੇਲੀਆ ਦੀ ਵੀ ਜ਼ਰੂਰ ਕਰ ਲਈਏ, ਕਿਉਂਕਿ ਜਿਵੇਂ ਆਪਾਂ ਪਹਿਲਾਂ ਵੇਖਿਆ ਕਿ ਜਦੋਂ ਕੈਨੇਡਾ ਵੱਲ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵਧਿਆ, ਇੱਧਰੋਂ ਆਸਟ੍ਰੇਲੀਆ ਨੇ ਕਈ ਰਿਆਇਤਾਂ ਕਰ ਦਿੱਤੀਆਂ, ਤਾਂ ਉਸ ਤੋਂ ਬਾਅਦ ਆਸਟ੍ਰੇਲੀਆ ਵੱਲ ਰੁਝਾਨ ਵਧਿਆ ਸੀ। ਤਾਂ ਹੁਣ ਅੱਜ ਦੇ ਟਾਈਮ ਵਿੱਚ ਅਗਰ ਦੇਖੀਏ, ਕਿਉਂਕਿ ਜਿੱਥੇ ਖੁੱਲਾ ਥੋੜਾ ਸੱਦਾ ਈਜ਼ੀ ਕਰ ਦਿੱਤਾ ਜਾਂਦਾ ਤਾਂ ਬਹੁਤ ਜ਼ਿਆਦਾ ਫਾਈਲਸ ਲੱਗਦੀਆਂ, ਤਾਂ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਕੀ ਚੱਲ ਰਹੀ ਹੈ ਕਿ ਜਿੰਨੀਆਂ ਫਾਈਲਾਂ ਲੱਗੀਆਂ ਉਸ ਹਿਸਾਬ ਨਾਲ ਕਿੰਨੇ ਟਾਈਮ ਦੇ ਵਿੱਚ ਵੀਜ਼ਾਸ ਆ ਰਹੇ ਨੇ? ਬਿਲਕੁਲ ਜੀ। ਦੇਖੋ ਕਿ ਸਭ ਤੋਂ ਵੱਡੀ ਜਿਹੜੀ ਦਿੱਕਤ ਮੈਂ ਹਮੇਸ਼ਾ ਗੱਲ ਕਰਦਾ ਹਾਂ ਕਿ ਸਾਡੇ ਕੀ ਹੈ ਕਿ ਮੈਂ ਕੱਲ੍ਹ ਹੀ ਇੱਕ ਨਿਊਜ਼ਪੇਪਰ ਦੀ ਕਟਿੰਗ ਸੀ ਸਾਡੇ ਕੋਲ, ਔਰ ਉਹਦੇ 'ਤੇ ਇੱਕ ਗਵਰਨਮੈਂਟ ਵੈਬਸਾਈਟ ਹੈਗੀ ਹੈ ਆਸਟ੍ਰੇਲੀਆ ਦੀ, ਉਹਨਾਂ ਨੇ ਵੀ ਉਹ ਨਿਊਜ਼ ਨੂੰ ਜਿਹੜਾ ਪ੍ਰਿੰਟ ਕੀਤਾ ਹੋਇਆ ਆਪਣੀ ਸਾਈਟ 'ਤੇ, ਔਰ ਅਸੀਂ ਸ਼ੇਅਰ ਵੀ ਕੀਤੀ ਹੋਈ ਹੈ ਆਪਣੀ ਫੇਸਬੁੱਕ 'ਤੇ, ਕਿ ਕੀ ਹੋਇਆ ਹੈ ਕਿ ਜਿਹੜੇ ਬਹੁਤ ਸਾਰੇ ਬੱਚੇ ਨੇ ਫਰੋਮ ਨਾਰਥ ਸਾਈਡ, ਉਹ ਜਿਹੜੇ ਨੇ ਬੋਗਸ ਡਾਕੂਮੈਂਟ ਲੈ ਕੇ ਜਾ ਰਹੇ ਨੇ। ਓਕੇ, ਇਟ ਮੀਨਸ ਕਿ ਉਹਦੇ 'ਤੇ ਪ੍ਰੋਪਰ ਲਿਖਿਆ ਹੋਇਆ ਸੀ ਕਿ ਅਗਰ ਇਹ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਫਰਾਡ ਡਾਕੂਮੈਂਟ ਲੈ ਕੇ ਜਾ ਰਹੇ ਨੇ, ਜਿਸ ਕਰਕੇ ਉਹਨਾਂ ਨੂੰ ਉੱਥੋਂ ਡਿਪੋਰਟ ਕੀਤਾ ਜਾਏਗਾ ਜਾਂ ਡਿਪੋਰਟ ਕੀਤਾ ਜਾ ਰਿਹਾ ਹੈ ਆਸਟ੍ਰੇਲੀਆ 'ਚ। ਤਾਂ ਇਹ ਦੇਖੋ ਇਹ ਸਿਚੁਏਸ਼ਨ ਇੱਦਾਂ ਦੀ ਹੋ ਗਈ ਹੈ ਕਿ ਸਭ ਨੂੰ ਪਤਾ ਲੱਗਿਆ ਜੀ ਓਪਨ ਹੋ ਗਿਆ ਆਸਟ੍ਰੇਲੀਆ, ਅਤੇ ਹੁਣ ਫਟਾਫਟ ਫਾਈਲਾਂ ਲਾਓ। ਔਰ ਕੁਛ ਕੁ ਏਜੰਟ ਇੱਦਾਂ ਦੀ ਪ੍ਰੈਕਟਿਸ ਕਰਦੇ ਨੇ ਕਿ ਵੀ ਉਹਨਾਂ ਨੂੰ ਇਹ ਲੱਗਦਾ ਕਿ ਚਲੋ ਜਿੱਦਾਂ ਦਾ ਮਰਜ਼ੀ ਕੇਸ ਆ ਉਹਨੂੰ ਤੋੜ ਮਰੋੜ ਕੇ ਬਣਾ ਦਿਓ, ਉਹਨੂੰ ਇੱਦਾਂ ਹੀ ਫਾਈਲ ਲਗਾ ਦਿਓ। ਉਹਦੇ ਨਾਲ ਕੀ ਹੈ, ਸਭ ਦੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ, ਸਾਰੇ ਸਟੂਡੈਂਟ ਦੀ ਭਵਿੱਖ ਜਿਹੜਾ ਹੈ ਉਹ ਖਤਰੇ 'ਚ ਆ ਸਕਦਾ ਹੈ। ਤਾਂ ਇਸ ਕਰਕੇ ਮੈਂ ਸਟੂਡੈਂਟ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਜਦੋਂ ਇਹੋ ਜਿਹਾ ਸਟੈਪ ਲੈਂਦੇ ਹੋ ਤਾਂ ਬੜੀ ਸੋਚ ਸਮਝ ਕੇ ਸਟੈਪ ਲਵੋ, ਕਿਉਂਕਿ ਅਗਰ ਤੁਸੀਂ ਕੁਛ ਵੀ ਗਲਤ ਕਰਨ ਜਾ ਰਹੇ ਹੋ ਜਾਂ ਕੁਛ ਵੀ ਗਲਤ ਕਰਕੇ ਪਹੁੰਚਣਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਵਰਗੇ ਕੰਟਰੀ ਦੇ ਵਿੱਚ ਲੁਕ ਛੁਪ ਕੇ ਰਹਿਣਾ ਬਹੁਤ ਮੁਸ਼ਕਿਲ ਹੈ। ਤਾਂ ਇਸ ਕਰਕੇ ਤੁਸੀਂ ਇਹ ਪਹਿਲਾਂ ਜ਼ਰੂਰ ਜਾਣ ਲਓ ਕਿ ਅਗਰ ਤੁਸੀਂ ਕੁਝ ਗਲਤ ਕਰ ਰਹੇ ਹੋ ਤਾਂ ਤੁਸੀਂ ਇੱਕ ਨਾ ਇੱਕ ਦਿਨ ਤੁਹਾਨੂੰ ਦਿੱਕਤ ਆ ਸਕਦੀ ਹੈ, ਔਰ ਇੱਕ ਨਾ ਇੱਕ ਦਿਨ ਤੁਸੀਂ ਵਾਪਸ ਆ ਸਕਦੇ ਹੋ, ਔਰ ਪੈਸਾ ਵੀ ਤੁਸੀਂ ਡਬਲ ਟ੍ਰਿਪਲ ਦਿਓਗੇ ਜਦੋਂ ਇਹੋ ਜਿਹੇ ਕੰਮ ਕਰਨ ਲਈ ਜਾਓਗੇ। ਤਾਂ ਤੁਸੀਂ ਏਜੰਟ ਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਪੈਸੇ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਫਿਰ ਇਹਨਾਂ ਚੀਜ਼ਾਂ 'ਚ ਫਸ ਜਾਂਦੇ ਹੋ, ਤੁਸੀਂ 에ਅਰਪੋਰਟ ਤੋਂ ਵੀ ਡਿਪੋਰਟ ਹੋ ਸਕਦੇ ਹੋ। ਤਾਂ ਇਸ ਕਰਕੇ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਹੈ, ਇੱਕ ਜੈਨੂਅਨ ਤਰੀਕੇ ਨਾਲ ਚੱਲੋ। ਬੇਸ਼ੱਕ ਤੁਹਾਡਾ ਗੈਪ ਹੈਗਾ, ਕੁਛ ਹੈਗਾ, ਉਹਨੂੰ ਜਿਹੜਾ ਐਕਸੈਪਟ ਕਰਾਂਗੇ, ਉਹ ਪ੍ਰੋਪਰ ਤਰੀਕੇ ਨਾਲ ਮੈਂਸ਼ਨ ਕੀਤਾ ਜਾਏਗਾ ਕਿ ਉਹਦੇ ਤੁਸੀਂ ਕੀ ਕੰਮ ਕੀਤਾ ਹੈ, ਕੀ ਕੰਮ ਨਹੀਂ ਕੀਤਾ ਹੈ, ਕਿੰਨੇ ਆਇਲਟ ਸਕੋਰ ਹੈ। ਅਗਰ ਤੁਹਾਡੇ ਨੰਬਰ ਘੱਟ ਵੀ ਆਏ ਨੇ, ਜਾਂ ਤੁਸੀਂ ਕਈ ਬੱਚਿਆਂ ਨੂੰ ਮੈਂ ਦੇਖਿਆ ਆਰਟਸ ਦੇ ਬੱਚੇ ਨੇ, ਉਹਨਾਂ ਨੂੰ ਲੱਗਦਾ ਸਾਡਾ ਵੀਜ਼ਾ ਨਹੀਂ ਆਏਗਾ। ਨੋ, ਮੇਰੇ ਖੁਦ ਦੇ ਆਰਟਸ ਦੇ ਬੱਚਿਆਂ ਦਾ, ਜਿਨ੍ਹਾਂ ਨੇ ਹਿਸਟਰੀ, ਸੋਸ਼ੀਓਲੋਜੀ, ਪੰਜਾਬੀ ਇਹਨਾਂ ਚੀਜ਼ਾਂ ਦੇ ਵਿੱਚ +2 ਕੀਤੀ ਹੋਈ ਸੀ, ਪਿੱਛੇ ਹੀ ਅਸੀਂ ਉਹਨਾਂ ਦਾ ਵੀਜ਼ਾ ਲਿਆ ਬੈਚਲਰ ਇਨ ਮਾਰਕੀਟਿੰਗ ਦੇ ਵਿੱਚ। ਠੀਕ ਹੈ। ਤਾਂ ਇਸ ਕਰਕੇ ਸਟੂਡੈਂਟ ਨੂੰ ਡਰਨ ਦੀ ਲੋੜ ਨਹੀਂ ਹੈ, ਸਟੂਡੈਂਟ ਨੂੰ ਇੱਕ ਸਹੀ ਡਾਇਰੈਕਸ਼ਨ ਦੀ ਲੋੜ ਹੈ ਕਿ ਅਸੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਿਹੜਾ ਉਹ ਵੀਜ਼ਾ ਲੈ ਸਕਦੇ ਹਾਂ, ਸਾਨੂੰ ਕਿਹੜਾ ਕੰਸਲਟੈਂਟ ਸਹੀ ਗਾਈਡ ਕਰ ਸਕਦਾ ਹੈ, ਕਿਹੜਾ ਸਾਡੀ ਫਾਈਲ 'ਤੇ ਪ੍ਰੋਪਰ ਕੰਮ ਕਰ ਸਕਦਾ ਹੈ। ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਡੇ ਡਾਕੂਮੈਂਟ 'ਤੇ ਵੀਜ਼ਾ ਦੇ ਘੱਟ ਚਾਂਸਸ ਨੇ, ਕਿਉਂਕਿ ਅੱਛੇ ਬੈਂਡ ਵਾਲੇ ਦੇ ਵੀ ਵੀਜ਼ਾ ਰਿਫਿਊਜ਼ ਹੁੰਦੇ ਨੇ। ਮੇਨ ਹੈਗਾ ਹੈ ਕਿ ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਵੀਜ਼ਾ ਆਫਿਸਰ ਅੱਗੇ ਕਿਸ ਤਰ੍ਹਾਂ ਹੈਗੀ ਹੈ, ਕਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸਣ ਜਾ ਰਹੇ ਹੋ ਕਿ ਤੁਹਾਡੇ ਕੀ ਫਿਊਚਰ ਪਲਾਨਸ ਹੈਗੇ ਨੇ, ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਕਿਉਂਕਿ ਇੱਕ ਮਾੜਾ ਏਜੰਟ ਜਿਹੜਾ ਹੈਗਾ ਹੈ ਉਹ ਤੁਹਾਨੂੰ ਉਹ ਵੀਜ਼ਾ ਆਫਿਸਰ ਨੂੰ ਉਸ ਤਰੀਕੇ ਨਾਲ ਦੱਸ ਹੀ ਨਹੀਂ ਪਾਏਗਾ ਕਿ ਕਿਸ ਤਰੀਕੇ ਨਾਲ ਇਸ ਬੱਚੇ ਨੇ ਵੀਜ਼ਾ ਲੈਣਾ ਜੀ। ਤਾਂ ਇਸ ਕਰਕੇ ਇੱਕ ਸਹੀ ਕੰਸਲਟੈਂਟ ਦੀ ਚੂਜ਼ ਕਰਨਾ ਬਹੁਤ ਜ਼ਰੂਰੀ ਹੈ, ਔਰ ਇੱਕ ਐਕਸਪੀਰੀਅੰਸ ਕੰਸਲਟੈਂਟ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਸ ਕਰਕੇ ਅਸੀਂ ਹਰ ਰੋਜ਼ ਇੱਕ ਫਾਈਲ ਤੋਂ ਸਿੱਖਦੇ ਹਾਂ ਕਿ ਸਾਨੂੰ ਜਦੋਂ ਆਬਜੈਕਸ਼ਨ ਆਉਂਦੀਆਂ ਨੇ ਤਾਂ ਅਸੀਂ ਉਹਦੇ 'ਚ ਪ੍ਰੋਪਰ ਲਿਖਿਆ ਹੁੰਦਾ ਹੈ ਕਿ ਇਹ ਆਬਜੈਕਸ਼ਨ ਹੈ ਜੀ, ਇਹ ਆਬਜੈਕਸ਼ਨ ਹੈ ਜੀ। ਉਸ ਆਬਜੈਕਸ਼ਨ 'ਚ ਅਸੀਂ ਰਿਸਰਚ ਕਰਦੇ ਹਾਂ, ਉਹਨੂੰ ਤੋਂ ਦੁਬਾਰਾ ਵੀਜ਼ਾ ਲੈਂਦੇ ਹਾਂ, ਤਾਂ ਸਾਡੀ ਜਿਹੜੀ ਨੌਲੇਜ ਜਿਵੇਂ ਵੱਧਦੀ ਜਾਂਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਕੀ ਹੁੰਦਾ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਇੱਥੇ ਮੈਂ ਵੀ ਜਾਣਨਾ ਚਾਹੂੰਗੀ ਕਿ ਅਗਰ ਹੁਣ ਆਸਟ੍ਰੇਲੀਆ ਲਈ ਸਟੂਡੈਂਟਸ ਹੁਣ ਅਪਲਾਈ ਕਰ ਰਹੇ ਨੇ, ਹੁਣ ਕਿਹੜੇ ਇਨਟੇਕ ਲਈ ਅਪਲਾਈ ਕਰ ਰਹੇ ਨੇ ਸਟੂਡੈਂਟਸ? ਹੁਣ ਦੇਖੋ ਹੁਣ ਇਸ ਟਾਈਮ ਅਪ੍ਰੈਲ ਮਈ ਇਨਟੇਕ ਲਈ ਅਪਲਾਈ ਹੋ ਰਿਹਾ। ਤੁਸੀਂ ਕਿਸੇ ਵੀ ਅਗਰ ਸਟੂਡੈਂਟ ਨੇ ਅਪਲਾਈ ਕਰਨਾ ਹੈ, ਓਵਰਆਲ 5.5 ਬੈਂਡ, ਨਾਟ ਲੈਸ ਦੈਨ 5 ਬੈਂਡ +2 ਵਾਲੇ ਬੱਚਿਆਂ ਲਈ, ਔਰ ਓਵਰਆਲ 6 ਨਾਟ ਲੈਸ ਦੈਨ 5.5 ਫॉर ਬੈਚਲਰ ਲਈ, ਔਰ 6 ਈਚ ਬੈਂਡ ਜਿਹੜੇ ਨੇ ਫॉर ਮਾਸਟਰ ਲਈ ਚਾਹੀਦੇ ਨੇ ਸਾਨੂੰ। ਔਰ ਤੁਸੀਂ ਕਿਸੇ ਵੀ ਸਬਜੈਕਟ ਵਿੱਚ ਪਾਸ ਆਊਟ ਹੋ, ਤੁਸੀਂ ਸਾਨੂੰ ਮਿਲੋ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਵਿਦ ਸਪਾਊਸ ਵੀ ਜਾ ਸਕਦੇ ਹੋ, ਵਿਦਆਊਟ ਸਪਾਊਸ ਵੀ ਜਾ ਸਕਦੇ ਹੋ, ਔਰ ਸਾਡੇ ਕੋਲ ਮੈਕਸੀਮਮ ਇੰਸਟੀਚਿਊਟਸ ਨੇ ਜਿਹੜੀ ਅਲੱਗ-ਅਲੱਗ ਲੋਕੇਸ਼ਨਸ ਦੇ ਵਿੱਚ ਅਵੇਲੇਬਲ ਨੇ, ਔਰ ਤੁਹਾਡਾ ਵੀਜ਼ਾ ਦੇ ਚਾਂਸਸ ਬਹੁਤ ਅੱਛੇ ਰਹਿਣਗੇ। ਜੀ ਬਿਲਕੁਲ। ਸੋ ਗੁਰਤੇਜ ਸੰਧੂ ਜੀ, ਜਿਨ੍ਹਾਂ ਦਾ ਕਿ 12-13 ਸਾਲਾਂ ਦਾ ਐਕਸਪੀਰੀਅੰਸ ਹੈ, ਕਈ
ਪ੍ਰੋਫਾਈਲਸ ਉੱਪਰ ਕੰਮ ਕਰ ਚੁੱਕੇ ਨੇ, ਕਈ ਸਟੂਡੈਂਟਸ ਦਾ ਸਟੱਡੀ ਵੀਜ਼ਾ ਲਗਵਾ ਚੁੱਕੇ ਨੇ। ਸੋ ਤੁਸੀਂ ਵੀ ਇਹਨਾਂ ਦੀ ਗਾਈਡੈਂਸ ਦੇ ਨਾਲ ਆਪਣਾ ਸਟੱਡੀ ਵੀਜ਼ਾ ਲੈ ਸਕਦੇ ਹੋ, ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਹਮੇਸ਼ਾ ਅਸੀਂ ਇਸ ਸ਼ੋਅ ਦੇ ਜ਼ਰੀਏ ਵੀ ਇਹੀ ਸੁਨੇਹਾ ਦਿੰਦੇ ਹਾਂ ਕਿ ਸਹੀ ਗਾਈਡੈਂਸ ਦੇ ਨਾਲ ਹੀ ਅੱਗੇ ਵਧੋ, ਜੈਨੂਇਨ ਵੇ ਦੇ ਨਾਲ ਹੀ ਆਪਣੀ ਫਾਈਲ ਦੇ ਉੱਪਰ ਕੰਮ ਕਰੋ, ਤਾਂ ਕਿ ਅੱਗੇ ਜਾ ਕੇ ਕਿਸੇ ਵੀ ਰੁਕਾਵਟ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ ਤੇ ਖੁਸ਼ੀ-ਖੁਸ਼ੀ ਤੁਸੀਂ ਆਪਣਾ ਫਿਊਚਰ ਜੋ ਹੈ ਬ੍ਰਾਈਟ ਬਣਾਓ। ਤੇ ਸਕਰੀਨ ਤੇ ਲਗਾਤਾਰ ਨੰਬਰ ਵੀ ਡਿਸਪਲੇ ਹੈ, ਇਸ ਨੂੰ ਤੁਸੀਂ ਨੋਟ ਕਰ ਲਓ ਤਾਂ ਕਿ ਤੁਸੀਂ ਈਜ਼ੀ ਵੇ ਦੀ ਪੂਰੀ ਟੀਮ ਦੇ ਨਾਲ ਕਦੀ ਵੀ ਗੱਲ ਕਰ ਸਕਦੇ ਹੋ, ਕਾਉਂਸਲਿੰਗ ਲੈ ਸਕਦੇ ਹੋ, ਤਾਂ ਕਿ ਸਹੀ ਡਿਸੀਜਨ ਲੈਣ ਵਿੱਚ ਤੁਸੀਂ ਦੇਰੀ ਨਾ ਕਰੋ। ਤੇ ਜੇਕਰ ਵਿਜ਼ਿਟ ਕਰਨਾ ਚਾਹੋ ਚੰਡੀਗੜ੍ਹ ਦੇ ਵਿੱਚ ਸੈਕਟਰ 17 ਵਿੱਚ ਇਹਨਾਂ ਦਾ ਮੇਨ ਆਫਿਸ ਹੈ, ਤੇ ਨਾਲ ਦੀ ਨਾਲ ਬਠਿੰਡਾ, ਕੁਰੂਕਸ਼ੇਤਰ ਤੇ ਗੁਰਦਾਸਪੁਰ ਵਿੱਚ ਵੀ ਇਹਨਾਂ ਦੀ ਬ੍ਰਾਂਚਿਸ ਹੈ। ਜਿੱਥੇ ਤੁਹਾਨੂੰ ਨੇੜੇ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਪਹੁੰਚੋ, ਤਾਂ ਕਿ ਸਹੀ ਫੈਸਲਾ ਕਰਦੇ ਹੋਏ ਤੁਸੀਂ ਅੱਗੇ ਵਧੋ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਕੈਨੇਡਾ ਔਰ ਆਸਟ੍ਰੇਲੀਆ ਬਾਰੇ ਸਹੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਸਾਰੀ ਪਹੁੰਚਾਈ ਹੈ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।